ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਪਹਿਲਾ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਝੰਡਾ ਸਾਹਿਬ ਵਿਖੇ ਨੌਜਵਾਨਾਂ ਦੇ ਉਪਰਾਲੇ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ। ਗੁਰਦੁਆਰਾ ਸ੍ਰੀ ਝੰਡਾ ਸਾਹਿਬ ਵਿਖੇ ਨੌਜਵਾਨਾਂ ਵੱਲੋਂ ਸ਼ਹੀਦਾਂ ਦੇ ਪ੍ਰਥਾਏ ਬਹੁਤ ਭਾਰੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਗੁਰੂ ਘਰ ਦੇ ਕੀਰਤਨੀ ਜਥਿਆਂ ਨੇ, ਕਵੀਸ਼ਰਾਂ ਨੇ, ਰਾਗੀ ਸਿੰਘਾਂ ਨੇ ਗੁਰੂ ਘਰ ਦੀ ਮਹਿਮਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਆਓ ਉਸ ਕਮੇਟੀ ਦੇ ਨਾਲ ਆਪ ਨੂੰ ਸਭ ਨੂੰ ਮਿਲਾਉਂਦੇ ਹਾਂ, ਜਿਨ੍ਹਾਂ ਨੇ ਪਹਿਲਾ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਹੈ। ਆਓ ਅਸੀਂ ਸਭ ਇਹਨਾਂ ਦੇ ਦਰਸ਼ਨ ਕਰੀਏ ਜੀ। ਮੈਂ ਇਹਨਾਂ ਦੇ ਪ੍ਰਬੰਧਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਇਹ ਪਹਿਲਾ ਸਮਾਗਮ ਕਿਹਨਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਤੇ ਕਿਸ ਸੰਬੰਧ ਵਿੱਚ ਕਰਵਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਪਹਿਲਾ ਕੀਰਤਨ ਦਰਬਾਰ ਗੁਰਦੁਆਰਾ ਸ੍ਰੀ ਝੰਡਾ ਸਾਹਿਬ ਰਾਜਪੁਰ ਬਟਾਲਾ ਵਿਖੇ ਸਮੂਹ ਸੰਗਤ ਅਤੇ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦੇ ਵਿੱਚ NRA ਵੀਰਾਂ ਨੇ ਵੀ ਵੱਧ ਚੜ੍ਹ ਕੇ ਆਪਣਾ ਸਹਿਯੋਗ ਦਿੱਤਾ। ਸੋ ਅੱਗੇ ਤੋਂ ਵੀ ਅਸੀਂ ਨੌਜਵਾਨ ਵੀਰ ਸਮੂਹ ਸਾਧ ਸੰਗਤ ਦੀ ਮਦਦ ਦੇ ਨਾਲ ਅਤੇ NRA ਵੀਰਾਂ ਦੇ ਸਹਿਯੋਗ ਦੇ ਨਾਲ ਇਹ ਕੀਰਤਨ ਦਰਬਾਰ ਹਰ ਸਾਲ ਕਰਵਾਉਂਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੋਂ ਦੇ ਨੌਜਵਾਨ ਬਟਾਲਾ ਦੇ ਜਿਨ੍ਹਾਂ ਨੇ ਵੱਡਾ ਉਪਰਾਲਾ ਕਰਕੇ ਅੱਜ ਇੱਕ ਬਹੁਤ ਭਾਰੀ ਸਮਾਗਮ ਕਰਵਾਇਆ ਗਿਆ ਸ਼ਹੀਦਾਂ ਦੇ ਪ੍ਰਥਾਏ। ਸਾਨੂੰ ਇਹਨਾਂ ਪ੍ਰੋਗਰਾਮਾਂ ਤੋਂ ਸੇਧ ਲੈ ਕੇ ਸ਼ਹੀਦਾਂ ਦੇ ਪੂਰਨਿਆਂ ਤੇ ਚੱਲ ਕੇ ਆਪਣਾ ਜੀਵਨ ਵਿੱਚ ਜਿਹੜਾ ਉਹ ਸੁਧਾਰ ਲਿਆਉਣਾ ਚਾਹੀਦਾ ਹੈ। ਲੋਕ ਸਮਾਚਾਰ ਤੋਂ ਸਤਨਾਮ ਸਿੰਘ ਰਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟੇ ਤਿੰਨ ਹੱਥੀ ਤੋਰੇ, ਧੰਨ ਧੰਨ ਮਾਤਾ ਗੁਜਰੀ।
ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਨੇ ਬਲ ਜਾਏ। ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਨੇ ਬਲ ਜਾਏ। ਤਾਰ ਕੇ ਪ੍ਰਭ ਤਾਰ ਕੇ ਪ੍ਰਭ ਹੱਥ ਤੇ ਰਾਖਿਆ, ਹਰਿ ਗੋਬਿੰਦ ਨਵਾ ਨਿਰੋਗਾ, ਹਰਿ ਗੋਬਿੰਦ ਨਵਾ ਨਿਰੋਗਾ। ਸਤਿਗੁਰ ਰਖਵਾਲਾ ਹੋਵਾ ਮੇਰਾ, ਸਤਿਗੁਰ ਰਖਵਾਲਾ ਹੋਵਾ, ਸਤਿਗੁਰ ਰਖਵਾਲਾ ਹੋਵਾ ਮੇਰਾ, ਸਤਿਗੁਰ ਰਖਵਾਲਾ ਹੋਵਾ। ਮਰਾ ਕੋਣਿਆ ਬਗੋਣ ਨਾ ਵਿਚਾਰਿਆ, ਅਲਕ ਪਲਕ ਪ੍ਰਭ ਤੁਮੇ ਸਵਾਰੇ, ਅਮਰਾ ਕੋਣਿਆ ਬਗੋਣ ਨਾ ਵਿਚਾਰਿਆ। ਅਟਲ ਬਚਨ ਨਾਨਕ ਗੁਰ ਤੇਰਾ, ਪ੍ਰਭ ਹੱਥ ਤੇ ਰਾਖਿਆ, ਤਾਰ ਕਿਰਪਾ ਪ੍ਰਭ ਹੱਥ ਤੇ ਰਾਖਿਆ। ਤਾਰ ਕਿਰਪਾ ਪ੍ਰਭ ਹੱਥ ਤੇ ਰਾਖਿਆ, ਤਾਰ ਕਿਰਪਾ ਪ੍ਰਭ ਹੱਥ ਤੇ ਰਾਖਿਆ। ਹਰਿ ਗੋਬਿੰਦ ਹਰਿ ਗੋਬਿੰਦ ਨਵਾ ਨਿਰੋਗਾ, ਸਤਿਗੁਰ ਰਖਵਾਲਾ ਹੋਵਾ ਮੇਰਾ, ਸਤਿਗੁਰ ਰਖਵਾਲਾ ਹੋਵਾ, ਸਤਿਗੁਰ ਰਖਵਾਲਾ ਹੋਵਾ ਮੇਰਾ, ਸਤਿਗੁਰ ਰਖਵਾਲਾ ਹੋਵਾ। ਤਾਰ ਕਿਰਪਾ ਪ੍ਰਭ ਹੱਥ ਤੇ ਰਾਖਿਆ, ਤਾਰ ਕਿਰਪਾ ਰਾਖਿਆ। ਹਰਿ ਗੋਬਿੰਦ ਨਵਾ ਨਿਰੋਗਾ, ਹਰਿ ਗੋਬਿੰਦ ਨਵਾ ਨਿਰੋਗਾ, ਸਤਿਗੁਰ ਰਖਵਾਲਾ ਹੋਵਾ ਮੇਰਾ, ਸਤਿਗੁਰ ਰਖਵਾਲਾ ਹੋਵਾ, ਸਤਿਗੁਰ ਰਖਵਾਲਾ ਹੋਵਾ ਮੇਰਾ, ਸਤਿਗੁਰ ਰਖਵਾਲਾ ਹੋਵਾ, ਸਤਿਗੁਰ ਰਖਵਾਲਾ ਹੋਵਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਤਿਨਾਮ 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 ਜੀ, ਸਤਿਨਾਮ 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 ਜੀ। ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ। ਸਤਿਨਾਮ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ ਵਾਹਿਗੁਰੂ
सतगुरु धन धन हजूरी अंदर जुड़ बैठी गुरु रूप गुरु स्वाद सत्संग जियो। आप गुरु की संगत वड्या भागना वाले हो। जिथे जिथे भी गुरु नानक नाम लेवा गुरसिख बैठा है, अपने इष्ट गुरुदेव धन धन श्री गुरु तेग बहादुर साहिब महाराज जी का शहीदी पुरब गुरु ਦੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ बहुत भावना के नाल मना रही हैं। सो गुरमुखां प्यारिਆਂ ने नौजवान सिख सभा वालों जो कि उपराला किया और सारे नगर ने गुरु कृपा सत्कार सहयोग दिता। सारे शहीदां सिंहां की याद दे विच जो ये रात्रि का समागम विशेष तौर पर रखा है, आप गुरु की संगत बहुत प्यार के नाल भावना के नाल गुरु महाराज जी के चरणों में सुशोभित हो। कोई समादास कीर्तन का हुक्म होया है। धन धन गुरु हरगोबिंद साहिब जी की चरण छोह प्राप्त गुरुद्वारा साहिब विखे आप गुरु की संगत गुरु के सन्मुख गुरु की गोद के विच बैठे हो। सो गुरु हरगोबिंद साहिब जी कला बरताउन आप गुरु की संगत की असीस मिले। गुरु के कीर्तन के विच रस आवे। साडा गाविया आप का शहीदां संघां नूं आप गुरु की संगत समर्पित होकर के इस वक्त गुरु चरणों के विच जुड़े हो। गुरु महाराज सब के घर परिवारों सुख शांति बताऊं। सो रल मिल के गुरु का कीर्तन करना है। आप गुरु की संगत असीस बख्शिश करो। कीर्तन के विच रस आवे। गुरु का कीर्तन आरंभ होने लगा है। सो आप गुरु की संगत असीस बख्शिश करो। जो जाने सदा सुख होए आप मिलाए कर सोए। जो जाने सदा सुख होए आप मिलाए जिस प्रसाद जिस प्रसाद जिस
जिस प्रसाद सब जग कराया, जिस प्रसाद सब जग कराया। धन 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 जन आया, धन 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 जन आया। जिस प्रसाद सब जग कराया, जिस प्रसाद सब जग कराया। धन 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 जन आया, धन 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 जन आया। धन 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 जन आया, जिस प्रसाद सब जग कराया। जन आनंद का ये है स्वभाव, जन के मन की आवे नाम। जिस प्रसाद सब जग कराया, जिस प्रसाद सब जग कराया। धन 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 जन आया। साथ दुनिया अपने अपने
जब बाण लाग्यो तब रोसी जाग्यो जब बाण लाग्यो तब रोसी जाग्यो बन गए मान कर्म हे
नाटक चेतक की पुकारा प्रभु लोकन के आवा। नाटक चेतक किए पुकारा प्रभु लोकन के आवत लाजा, आवत लाजा। हर सिर नदिया शीस दिया, हर सिर नदिया कर्म हेत साका जिनगिया। कर्म हेत साका जिनगिया। साका जिनगी जब पानी लाग्यो तो बेरोसी जाग्यो, जब पानी लाग्यो तो बेरोसी जाग्यो। कर ले प्रमाणम हनम वाणताणम, कर ले प्रमाणम हनम वाणताणम। जब बाण लाग्यो तो बेरोसी जाग्यो, जब बाण लाग्यो। मरण मुड़ सा सूर्य है, जो होय मरण परवानो, जो होय मरण परवानो। मरण मुड़ सा सूर्य है, जो होय मरण परवानो, जो होय मरण परवानो। मरण मुड़ सा सूर्य है, जो होय मरण परवानो, जो होय मरण परवानो। मरण मुड़ सा सूर्य परवानो, जो
डर के मान पावे पत स्यो जागे आगे दूर कर हीत आवे तापन पावे
दर्शन गुर का दर्शन देख देख जीवा गुर के चरण तोय तोय पीवा गुर के चरण तोय तोय पीवा गुर के चरण तोय तोय पीवा ਸੋ ਇਹ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਖਸ਼ਿੰਦ ਹਨ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਨ ਕਰਕੇ ਬੜੀ ਇਕਾਗਰਤਾ ਦੇ ਨਾਲ ਜੁੜਦੇ ਹੋਏ ਸਤਿਗੁਰਾਂ ਦੀ ਮਹਾਨ ਬਾਣੀ ਦਾ ਸਤਿਕਾਰ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰ ਇਸੇ ਤਰ੍ਹਾਂ ਹੀ ਆਪ ਜੀ ਨੂੰ ਆਪਣੀ ਮਹਾਨ ਛਤਰ ਛਾਇਆ ਦੇ ਥੱਲੇ ਜੋੜਦੇ ਰਹੇ। ਅਗਲਾ ਜੋ ਸਮਾਗਮ ਹੈ ਭਾਈ ਸਾਹਿਬ ਜੀ ਦੱਸਣਗੇ। ਸੋ ਦਾਸਾਂ ਦੀ ਫਤਿਹ ਕਰੋ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਗਗਨ ਤਮਾਮਾ ਬਾਜੇ ਪਰਿਓ ਨਿਸ਼ਾਨ ਕਹਾਓ ਖੇਤ ਜੁਮਾ ਦੇਉ ਸੂਰਮਾ ਅਬ ਜੂ ਜਨ ਕੋ ਦਾਓ ਸੂਰਾ ਸੋ ਪਹਿਚਾਨੀਆਂ ਜੋ ਲੈ ਦੀਨ ਕੇ ਪੁਰਜਾ ਪੁਰਜਾ ਘਟ ਮਾਰੇ ਕਬਹੂ ਨਾ ਛਾੜੈ ਖੇਤ ਪੁਰਜਾ ਪੁਰਜਾ ਘਟ ਮਾਰੇ ਕਬਹੂ ਨਾ ਛਾੜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਆਪਾਂ ਸਾਰੇ ਸਤਿਗੁਰੂ ਜੀ ਦੀ ਪਾਵਨ ਗੋਦ ਅੰਦਰ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦੀਆਂ ਅਤੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦਿਆਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਵਾਲੇ ਦਿਨ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਜੀ ਦੀ ਕਿਰਪਾ ਹੋਈ, ਸਹਿਜ ਪਾਠ ਦੇ ਭੋਗ ਪਏ। ਰਾਤਰੀ ਦੇ ਸੰਧਿਆ ਸਮੇਂ ਤੋਂ ਦੀਵਾਨ ਸਜੇ। ਸੋ ਦਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ। ਰਾਗੀ ਸਿੰਘਾਂ ਨੇ, ਬੱਚਿਆਂ ਨੇ ਕੀਰਤਨ ਰਾਹੀਂ ਵਿਛੜੀ ਰਾਹੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਸਾਨੂੰ ਇਹ ਸੱਚ ਦਾ ਮਾਰਗ ਦੱਸਿਆ ਸੀ, ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਮਰਿਆਦਾ ਸਾਨੂੰ ਪਹਿਲਾਂ ਦੱਸੀ ਸੀ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਵਾਰਾਂ ਤੇ ਵਧੀਕ ਦੇ ਵਿੱਚ ਇਹ ਪਾਵਨ ਬਾਣੀ 1412 ਅੰਗ ਤੇ ਹੈ। ਇਸ ਪਾਵਨ ਬਾਣੀ ਨੂੰ ਸਲੋਕਾਂ ਤੋਂ ਪਹਿਲਾਂ, ਨੌਵੇਂ ਪਾਤਸ਼ਾਹ ਜੀ ਦੇ ਸਲੋਕਾਂ ਤੋਂ ਪਹਿਲਾਂ ਪੜ੍ਹਿਆ ਜਾਂਦਾ ਹੈ। ਉਹਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ 27 ਸਲੋਕ ਰਚੇ ਨੇ। 20ਵਾਂ ਸਲੋਕ ਹੈ ਜਿਹਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ ਸੀ, ਜਾਓ ਤੋ ਪ੍ਰੇਮ ਖਿਲਣ ਕਾ ਚਾਓ,
ਸਿਰ ਧਰ ਤਲੀ ਗਲੀ ਹੋਈ ਆਓ। ਸਾਹਿਬਾਂ ਨੇ ਇਹ ਮਰਿਆਦਾ ਪ੍ਰਣ ਕੀਤੀ ਸੀ ਪਿਆਰਿਓ, ਜਿਸ ਮਨੁੱਖ ਨੂੰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਨਾਲ ਖੇਡਣ ਦੀ ਚਾਹਤ ਹੈ, ਉਹਦੇ ਅੰਦਰ ਚਾਓ ਹੈ, ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫਿਰ ਸਿਰ ਧਰ ਤਲੀ। ਇਸ ਖੇਡ ਦੀ ਇਹੀ ਨਿਸ਼ਾਨੀ ਹੈ, ਇਸ ਖੇਡ ਦਾ ਖਿਡਾਰੀ ਉਹੀ ਹੈ ਜਿਹਦੀ ਤਲੀ ਤੇ ਆਪਣਾ ਸਿਰ ਹੋਵੇ। ਸਿਰ ਦੋ ਪ੍ਰਕਾਰ ਹੈ ਸਾਡਾ, ਇੱਕ ਪ੍ਰਤੱਖ ਸਿਰ ਹੈ, ਇੱਕ ਮਨ ਰੂਪੀ ਸਿਰ ਹੈ। ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਸੀਸ ਰੱਖ ਕੇ ਵੀ ਤਲੀ ਤੇ ਦਿਖਾਇਆ। ਸਾਹਿਬ ਸੱਚੇ ਪਾਤਸ਼ਾਹ ਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਪਿਆਰਿਓ, ਜੇ ਇਹ ਪ੍ਰੇਮ ਨਾਲ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੀ ਮਨ 'ਚ ਇੱਛਾ ਹੈ ਤੇ ਫਿਰ ਆਪਣੀ ਤਲੀ ਤੇ ਸੀਸ ਰੱਖ ਕੇ ਚੱਲਣਾ ਪਵੇਗਾ। ਇਹ ਮੈਂ ਸੰਖੇਪ ਵਿੱਚ ਕਹਿ ਰਿਹਾ, ਵਿਸਥਾਰ ਕਰਨ ਦਾ ਸਮਾਂ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਨੀਆ ਦੀ ਕਾਣ ਕਨੌੜ ਛੱਡਣੀ ਪਵੇਗੀ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸਮਾਂ ਆਇਆ, ਸਾਹਿਬਾਂ ਨੇ ਵੀ ਆਪਣੀ ਬਾਣੀ ਦੇ ਵਿੱਚ ਬਚਨ ਕਹੇ। ਮਾਰੂ ਰਾਗ ਦੇ ਵਿੱਚ 1102 ਅੰਗ ਤੇ ਉਹ ਸ਼ਬਦ ਹੁੰਦਾ ਹੈ। ਪੰਜਵੇਂ ਪਾਤਸ਼ਾਹ ਦੇ ਬਚਨ ਸਨ, ਕਹਿੰਦੇ ਪਿਆਰਿਓ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਜਿੱਦਣ ਮਰਨ ਦੀ ਜਾਚ ਆ ਗਈ ਤੇ ਸਭ ਕਹਿੰਦੇ ਜ਼ਿੰਦਗੀ ਦਾ ਰਸ ਬਦਲ ਜਾਵੇਗਾ। ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਸਤਿਗੁਰਾਂ ਨੇ ਸਾਨੂੰ ਸਭ ਤੋਂ ਪਹਿਲਾਂ ਇਹ ਦੱਸਿਆ। ਵੇਖੋ ਦੁਨੀਆ ਤੇ ਬੜੇ ਗ੍ਰੰਥ ਨੇ, ਧਾਰਮਿਕ ਗ੍ਰੰਥ, ਹਰੇਕ ਗ੍ਰੰਥ ਨੇ ਜ਼ਿੰਦਗੀ ਦੀ ਜਾਂਚ ਸਿਖਾਈ ਹੈ, ਜ਼ਿੰਦਗੀ ਨੂੰ ਜਿਉਣ ਦਾ ਢੰਗ ਤਰੀਕਾ ਦੱਸਿਆ ਹੈ। ਪਰ ਇੱਕੋ ਇੱਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਨੇ ਕਿਹਾ ਸੀ ਪਿਆਰਿਆ ਜ਼ਿੰਦਗੀ ਨੂੰ ਸਫਲ ਕਰਨ ਦਾ ਤਰੀਕਾ ਤੇ ਤੈਨੂੰ ਆ ਗਿਆ ਹੈ, ਪਰ ਮੌਤ ਨੂੰ ਸਫਲ ਕਰਨ ਦਾ ਤਰੀਕਾ ਕਿਹੜਾ ਤੈਨੂੰ ਮੈਂ ਉਹ ਵੀ ਦੱਸ ਦਿੰਦਾ। ਕੁਰਬਾਨੀ ਮਿਲਦੀ ਹੈ ਕਿ ਕੇਵਲ ਇੱਕੋ ਗ੍ਰੰਥ ਹੈ ਜਿਹੜਾ ਸਾਨੂੰ ਸਫਲ ਹੋਣ ਦਾ ਤਰੀਕਾ, ਮਰਨ ਦਾ, ਸਫਲ ਹੋ ਕੇ ਮਰਨ ਦਾ ਤਰੀਕਾ ਦੱਸਦਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਦੇ ਸਾਹਿਬਜ਼ਾਦਿਆਂ ਨੂੰ ਵੇਖੀਏ ਨਾ, ਜਿਨ੍ਹਾਂ ਨੇ ਬਾਣੀ ਨੂੰ ਆਧਾਰ ਮੰਨਿਆ। ਚਮਕੌਰ ਸਾਹਿਬ ਦੀ ਧਰਤੀ ਹੈ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਆ ਕੇ ਬਾਬਾ ਅਜੀਤ ਸਿੰਘ ਨੇ ਕਿਹਾ ਸੀ, ਪਿਤਾ ਸਤਿਗੁਰੂ ਜੀ ਮੈਨੂੰ ਖਿਡਾਉਣ ਵਾਲੇ, ਮੈਨੂੰ ਸਿੱਖਿਆ ਦੇਣ ਵਾਲੇ ਵੱਡੇ ਵੱਡੇ ਸਿੱਖ ਅੱਗੇ ਤੁਰੇ ਜਾਂਦੇ ਨੇ। हे ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਦੋਂ ਹੋਵੇਗੀ? ਦੇਖੋ ਚਾਓ ਹੈ ਨਾ, ਭਗਤ ਕਬੀਰ ਜੀ ਨੇ ਕਦੇ ਬਚਨ ਕਹੇ ਸਨ, ਕਹਿੰਦੇ ਮੋਹਿ ਮਰਨੇ ਦਾ ਚਾਓ ਹੈ ਮਰੋ ਤੋਂ ਹਰ ਕੇ ਦੁਆਰ। ਇਹ ਚਾਹ ਹੈ, ਦੁਨੀਆ ਮੌਤ ਤੋਂ ਡਰਦੀ ਹੈ, ਪਰ ਜਿਹੜਾ ਉਹਦੀ ਆਤਮਿਕ ਜ਼ਿੰਦਗੀ ਮੌਤ ਤੋਂ ਸ਼ੁਰੂ ਹੋ ਰਹੀ ਹੈ। ਸਤਿਗੁਰੂ ਜੀ ਨੂੰ ਬੇਨਤੀ ਕਰਕੇ ਕਿਹਾ ਮਹਾਰਾਜ ਮੈਨੂੰ ਕਦੋਂ ਆਗਿਆ ਮਿਲੇਗੀ? ਤੇ ਗੁਰੂ ਕਲਗੀਧਰ ਪਾਤਸ਼ਾਹ ਛਾਤੀ ਨਾਲ ਲਾ ਕੇ ਕਹਿੰਦੇ ਸੀ ਸਾਹਿਬਜ਼ਾਦੇ ਅਜੀਤ ਸਿੰਘ ਜੇ ਮੈਂ ਆਵਾਜ਼ ਮਾਰਦਾ ਗੱਲ ਹੋਰ ਬਣ ਜਾਣੀ ਸੀ, ਤੂੰ ਚੱਲ ਕੇ ਆਇਆ ਤਿਆਰੀ ਕਰ। ਬਾਬਾ ਅਜੀਤ ਸਿੰਘ ਜੀ ਜੰਗ ਵਿੱਚ ਗਏ, 300 ਤੋਂ ਵੱਧ ਫੱਟ ਉਹਨਾਂ ਦੇ ਸਰੀਰ ਤੇ ਲੱਗੇ ਨੇ। ਦੇਖੋ ਕਰੀਬ 18-19 ਸਾਲ ਦੀ ਉਮਰ ਹੈ ਤੇ ਫੱਟ 300 ਤੋਂ ਵੱਧ ਲੱਗੇ ਨੇ। ਜਰਾ ਜਰਾ ਹੋ ਕੇ ਧਰਤੀ ਤੇ ਡਿੱਗੇ। ਗੁਰੂ ਕਲਗੀਧਰ ਪਾਤਸ਼ਾਹ ਜੈਕਾਰੇ ਛੱਡਦੇ ਪਏ ਸਨ। ਸਿੰਘ ਜੀ ਨੇ ਵੇਖਿਆ ਤੇ ਕੋਲ ਆ ਕੇ ਬੜੇ ਰੋਹ ਦੇ ਨਾਲ ਕਿਹਾ, ਪਿਤਾ ਸਤਿਗੁਰੂ ਮੇਰਾ ਵੀਰ ਮੇਰੇ ਅੱਗੇ ਲੰਘਦਾ ਜਾ ਰਿਹਾ ਹੈ, ਮੈਨੂੰ ਉਡੀਕਦਾ ਹੋਵੇਗਾ, ਮੇਰੇ ਤੇ ਰਹਿਮਤ ਕਰੋ, ਮੈਨੂੰ ਆਗਿਆ ਦਿਓ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਛੋਟੀ ਖੰਜਰ, ਇੱਕ ਭਾਂਡਾ, ਇੱਕ ਬੜੀ ਸੁੰਦਰ ਛੋਟੀ ਜਿਹੀ ਕਲਗੀ ਉਹ ਆਪ ਆਪਣੇ ਸਾਹਿਬਜ਼ਾਦੇ ਦੇ ਸੀਸ ਤੇ ਸਜਾਈ ਹੈ। ਸਤਿਗੁਰ ਨੇ ਮੱਥਾ ਚੁੰਮ ਕੇ ਕਿਹਾ ਸੀ, ਜੁਝਾਰ ਸਿੰਘਾ ਜੇ ਤੈਨੂੰ ਆਵਾਜ਼ ਮਾਰਦਾ ਤੇ ਦੁਨੀਆ ਦੇ ਇਤਿਹਾਸ ਬਦਲਨੇ ਸਨ ਕਿ ਪੁੱਤਰ ਨਹੀਂ ਸੀ ਚਾਹੁੰਦੇ ਗੁਰੂ ਦੇ ਲੜਨਾ, ਪਰ ਪਿਤਾ ਗੁਰੂ ਨੇ ਆਵਾਜ਼ ਮਾਰ ਕੇ ਜੰਗ ਨੂੰ ਭੇਜਿਆ। ਅੱਜ ਦੁਨੀਆ ਨੂੰ ਪਤਾ ਲੱਗ ਗਿਆ ਕਿ ਜਿਹੋ ਜਿਹਾ ਚਾਉ ਮੇਰੇ ਅੰਦਰ ਹੈ ਨਾ। ਗੁਰੂ ਕੌਰ ਜੀ ਬੈਠੇ ਨੇ, ਪਹਿਲਾਂ 2 ਦਿਨ ਸਾਹਿਬਜ਼ਾਦੇ, ਮੈਂ ਇਹ ਇਤਿਹਾਸ
ਜਿਹੜੇ ਸਾਡੇ ਪ੍ਰਮਾਣ ਵਿਚਾਰ ਗ੍ਰੰਥ ਨੇ ਨਾ, ਕਿਉਂਕਿ ਸ਼ੰਕਾਵਾਦੀ ਵੀ ਬੜੇ ਹੁੰਦੇ ਨੇ, ਉਹਨਾਂ ਦੀ ਦੱਸਾਂ ਸ੍ਰੀ ਗੁਰਪ੍ਰਤਾਪ ਨਾਨਕ ਪ੍ਰਕਾਸ਼, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤੇ ਦੋ ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼ ਤੇ ਪੰਥ ਪ੍ਰਕਾਸ਼, ਇਹਨਾਂ ਵਿੱਚੋਂ ਇਹ ਇਤਿਹਾਸ ਜ਼ਿਕਰ ਆਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਮਾਤਾ ਗੁਜਰ ਕੌਰ ਜੀ ਰੋਜ਼ ਤਿਆਰ ਕਰਕੇ ਭੇਜਦੇ ਨੇ, ਪਰ ਅੱਜ ਤੀਜਾ ਦਿਨ ਆਇਆ ਜਦੋਂ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ ਗਿਆ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਉਹਨਾਂ ਨੇ ਖਿੜੇ ਮੱਥੇ ਹੱਸ ਕੇ ਮੱਥਾ ਟੇਕਿਆ। ਅੱਜ ਦੋਵਾਂ ਭਰਾਵਾਂ ਨੇ ਬਾਂਹ ਫੜ ਕੇ ਤੇ ਆਪਣੀ ਦਾਦੀ ਮਾਤਾ ਗੁਜਰੀ ਦੇ ਦੁਆਲੇ 4 ਪਰਿਕਰਮਾ ਕੀਤੀਆਂ ਨੇ। ਚੌਥੀ ਪਰਿਕਰਮਾ ਕਰਕੇ ਫਿਰ ਮੱਥਾ ਟੇਕਿਆ ਤੇ ਮਾਂ ਦੇ ਲਾਗੇ, ਦਾਦੀ ਦੇ ਲਾਗੇ ਚਿਹਰਾ ਕਰਕੇ ਕਹਿੰਦੇ, ਮਾਂ ਅੱਜ ਸਾਨੂੰ ਉਡੀਕੀ ਨਾ, ਅਸੀਂ ਵਾਪਸ ਨਹੀਂ ਆਉਣਾ। ਜਦੋਂ ਇੰਨੀ ਗੱਲ ਕਹੀ ਹੈ, ਦੋਵਾਂ ਦੇ ਮੱਥੇ ਚੁੰਮ ਕੇ ਮਾਤਾ ਗੁਜਰੀ ਜੀ ਨੇ ਕਿਹਾ ਸੀ, ਮਾਤਾ ਗੁਜਰ ਕੌਰ ਜੀ ਨੇ, ਕਿ ਮੇਰੇ ਲਾਲ ਇਸ ਗੱਲ ਨੂੰ ਮੈਂ ਭਲੀ ਭਾਂਤ ਜਾਣਦੀ ਹਾਂ। ਅੱਜ ਆਪਣਾ ਸਰੀਰਕ ਤੌਰ ਤੇ ਆਖਰੀ ਮੇਲ ਹੈ ਤੇ ਹੁਣ ਸੱਚਖੰਡ ਵਿੱਚ ਮਿਲਾਂਗੇ। ਦੋਵੇਂ ਸਾਹਿਬਜ਼ਾਦੇ ਨੀਹਾਂ 'ਚ ਖੜੇ ਨੇ ਤੇ ਵੱਡੇ ਦੇ ਲਾਗੇ ਜਦੋਂ ਨੀਹਾਂ 'ਚ ਚਿਣਦੇ ਪਏ ਸਨ ਤੇ ਉਸ ਵੇਲੇ ਬਾਬਾ ਫਤਿਹ ਸਿੰਘ ਵੱਲ ਵੇਖ ਕੇ ਬਾਬਾ ਜੋਰਾਵਰ ਸਿੰਘ ਨੇ ਸਿਰ ਹਿਲਾਇਆ। ਜਦੋਂ ਨਾਹ ਵਿੱਚ ਸਿਰ ਹਿਲਾਇਆ, ਛੋਟਾ ਭਰਾ ਵੱਡੇ ਨੂੰ ਕਹਿੰਦਾ, ਵੀਰਾ ਕੀ ਗੱਲ ਨਿਰਾਸ਼ਤਾ ਆ ਗਈ? ਕਹਿਣ ਲੱਗੇ, ਨਹੀਂ। ਤੇ ਵਿਚਾਰ ਕਰਕੇ, ਅਸੀਂ ਛੋਟੇ ਵੀਰ, ਮੈਂ ਦੁਨੀਆ ਤੇ ਪਹਿਲਾਂ ਆਇਆ ਤੇ ਮੈਂ ਚਾਹੁੰਦਾ ਸੀ ਕੁਰਬਾਨੀ ਵੀ ਮੈਨੂੰ ਪਹਿਲਾਂ ਮਿਲਦੀ, ਪਰ ਤੂੰ ਕਿੱਡਾ ਭਾਗਾ ਵਾਲਾ, ਦੁਨੀਆ ਤੇ ਮੇਰੇ ਤੋਂ ਬਾਅਦ ਆਇਆ ਪਰ ਕੁਰਬਾਨੀ ਮੇਰੇ ਤੋਂ ਪਹਿਲਾਂ ਲੈ ਚਲਿਆ, ਕਿਉਂਕਿ ਤੇਰਾ ਕੱਦ ਛੋਟਾ ਹੈ, ਨੀਂਹ ਵਿੱਚ ਤੂੰ ਪਹਿਲਾਂ ਚਿਣਿਆ ਜਾਣਾ ਤੇ ਮੈਂ ਬਾਅਦ ਵਿੱਚ ਚਿਣਿਆ ਜਾਣਾ। ਇਹ ਸੀ ਕੁਰਬਾਨੀ, ਲਾਸਾਨੀ, ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ। ਜੇ ਕਿਤੇ ਇਹਨਾਂ ਦੇ ਇਤਿਹਾਸ ਨੂੰ ਵਿਚਾਰੀਏ ਨਾ ਸੰਗਤ ਜੀ, ਸੱਚ ਕਰਕੇ ਜ਼ਿਕਰ ਆਉਂਦਾ ਹੈ, ਠੰਡ ਹੋਣ ਦਾ ਭਾਵ ਕਿਸੇ ਨੂੰ ਕੋਈ ਦੀ ਠੰਡ ਨਹੀਂ ਲੱਗਦੀ, ਪਰ ਜਦੋਂ ਤੱਕ ਅਸੀਂ ਮਾਤਾ ਗੁਜਰ ਦੀ ਕੌਰ ਦੀ ਗੋਦ ਵਿੱਚ ਨਹੀਂ ਬੈਠੇ, ਉਦੋਂ ਤੱਕ ਅਸੀਂ ਭਾਵੇਂ ਅੱਗ ਕੋਲ ਬਹਿ ਜਾਈਏ, ਕੰਬਦੇ ਰਹਿੰਦੇ ਹਾਂ। ਸਤਿਗੁਰੂ ਕਿਰਪਾ ਕਰਨ, ਉਹਨਾਂ ਨੂੰ ਯਾਦ ਕਰਦੇ ਹਾਂ। ਅੱਜ ਆਪਾਂ ਸਤਿਗੁਰ ਦੀ ਗੋਦ ਵਿੱਚ ਬੈਠੇ ਹਾਂ। ਇਹਨੂੰ ਅੱਗੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਅੱਜ ਦੇ ਦਿਨ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਆਪਣਾ ਸੀਸ ਬਲੀਦਾਨ ਦਿੱਤਾ ਹੈ। ਸਤਿਗੁਰਾਂ ਦੇ ਇਤਿਹਾਸ ਵੀ ਕਦੇ ਵਾਚੀਏ ਨਾ, ਇਹਦਾ ਜ਼ਿਕਰ ਕੀਤਾ ਹੈ ਦਸਮ ਗ੍ਰੰਥ ਦੇ ਵਿੱਚ। ਬਚਿੱਤਰ ਨਾਟਕ ਜਿੱਥੇ ਦਸਮ ਗ੍ਰੰਥ ਆਉਂਦਾ ਹੈ ਨਾ, ਬਹੁਤੇ ਲੋਕ ਇਹਨਾਂ ਗ੍ਰੰਥਾਂ ਤੇ ਕਿੰਤੂ ਕਰਦੇ ਨੇ। ਉਹਦਾ ਕਾਰਨ ਇੱਕੋ ਹੀ ਹੈ ਕਿ ਇਹਦੀਆਂ ਭਾਸ਼ਾਵਾਂ ਪੜ੍ਹੀਆਂ ਨਹੀਂ ਜਾਂਦੀਆਂ। ਸੰਸਕ੍ਰਿਤ ਇਹਦੇ ਵਿੱਚ ਹੈ, ਫਾਰਸੀ ਇਹਦੇ ਵਿੱਚ ਹੈ, ਦੁਨੀਆ ਦੀਆਂ ਕਿੰਨੀਆਂ ਭਾਸ਼ਾਵਾਂ ਇਹਨਾਂ ਗ੍ਰੰਥਾਂ ਵਿੱਚ ਆਉਂਦੀਆਂ ਨੇ। ਤੇ ਉਹ ਸਿਆਣੇ ਕਹਿੰਦੇ, ਜਿਹੜਾ ਕੰਮ ਹੋਵੇ ਨਾ ਉਹ ਤੇ ਕਿੰਤੂ ਕਰਦੇ, ਕਿਸੇ ਨੂੰ ਕਰਨਾ ਹੀ ਨਾ ਪਵੇ। ਪਰ ਸੱਚ ਦੀ ਗੱਲ ਇਹ ਹੈ, ਇਹਨਾਂ ਤੇ ਮਿਹਨਤ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗਿਰਫਤਾਰ ਕਰਕੇ ਲੈ ਗਏ ਨੇ। ਉਹਦਾ ਜ਼ਿਕਰ, ਉਹਨਾਂ ਸਾਰੀ ਚੀਜ਼ ਦਾ ਜ਼ਿਕਰ ਗੁਰੂ ਸਾਹਿਬਾਂ ਨੇ ਆਪਣੀ ਬਾਣੀ ਵਿੱਚ ਕਿਹਾ ਸੀ। ਰਾਗੀ ਸਿੰਘਾਂ ਨੇ ਹੁਣੇ ਅਜੇ ਆਪਾਂ ਨੂੰ ਸ਼ਬਦ ਸਰਵਣ ਕਰਾਏ ਜੋ ਦਸਮ ਬਾਣੀ ਦੇ ਸੀ। ਤਿਲਕ ਜਨਿਉ ਰਾਖਾ ਪ੍ਰਭ ਕਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਆਪਣੀ ਕਲਮ ਦੇ ਨਾਲ ਦਸਮ ਗ੍ਰੰਥ ਵਿੱਚ। ਇਹਦੇ ਆਖਰ ਤੇ ਸਤਿਗੁਰਾਂ ਇੱਕ ਬੜਾ ਸੁੰਦਰ ਦੋਹਰਾ ਲਿਖਿਆ, ਕਹਿੰਦੇ, ਠੀਕਰ ਫੋਰ ਦਲੀਸ ਪਰ ਸਿਰ ਪਰ ਪ੍ਰਪਰ ਕੀਆ ਪਿਆਨ। ਕਹਿੰਦੇ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਆਪਣਾ ਸਰੀਰ ਰੂਪੀ ਤੇਗ ਬਹਾਦਰ ਸਾਹਿਬ ਜੀ ਸੱਚਖੰਡ ਨੂੰ ਕਬਰ ਕਰ ਗਏ। ਤੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਪਿਆਰਿਓ, ਜਦੋਂ ਸਮਾਂ ਆਇਆ ਸੀ, ਠੀਕਰ ਫੋਰ ਦਲੀਸ ਪਰ ਸਿਰ ਪਰ ਪ੍ਰਪਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ। ਦੁਨੀਆ ਤੇ ਹੈ ਦੀ ਆਵਾਜ਼ ਆਈ ਸੀ। ਗੁਰਪ੍ਰਤਾਪ ਸਿੰਘ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ ਨੇ, ਕਹਿੰਦੇ, ਸੰਗਤ ਜੀ, ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਬਹੁਤ ਹਨੇਰੀ ਆਈ ਹੈ ਤੇ ਦੁਨੀਆ ਦੇ ਲੋਕ ਕੰਬੇ ਸਨ। ਉਹਨਾਂ ਨੇ, ਜਿਹੜੇ ਉਸ ਵੇਲੇ ਦੇ ਅਨੁਭਵੀ ਪੁਰਸ਼ ਸਨ, ਉਹਨਾਂ ਨੇ ਜਾਣ ਲਿਆ ਸੀ ਕਿ ਅੱਜ ਤੋਂ ਬਾਅਦ ਇਹਨਾਂ ਤੁਰਕਾਂ ਦੀਆਂ ਜੜ੍ਹਾਂ ਨਹੀਂ ਧਰਤੀ ਤੇ ਲੱਗਣਗੀਆਂ। ਉਸ ਵੇਲੇ ਗੁਰੂ ਸਾਹਿਬ ਜੀ ਕਹਿੰਦੇ, ਭਾਈ ਇਹੋ ਜਿਹਾ ਸਮਾਂ ਆਇਆ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ। ਹੈ ਸਭ ਜਗ ਭਇਓ ਜੈ ਜੈ ਜੈ।
ਉਹ ਜੈ ਜੈਕਾਰਾਂ ਕਰਦੇ ਨੇ। ਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਕਰਤਾਰ ਸਿੰਘ ਮਹਾਂਪੁਰਖ ਇਸ ਗੱਲ ਦਾ ਜ਼ਿਕਰ ਕਰਦੇ ਸਨ। ਕਹਿੰਦੇ ਪਿਆਰਿਓ, ਸਮਾਂ ਸੀ 4 ਸਿੱਖ ਸਤਿਗੁਰ ਦੇ ਨਾਲ ਨੇ, 5ਵੇਂ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਸ਼ਹੀਦ ਹੋ ਗਏ ਨੇ, ਇੱਕ ਉਹਨਾਂ ਤੋਂ ਵਾਪਸ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ ਨੇ। ਜਿਸ ਵੇਲੇ ਸਤਿਗੁਰੂ ਜੀ ਦਿੱਲੀ ਵਿੱਚ ਗ੍ਰਿਫਤਾਰ ਹੋਏ ਨੇ, ਆਪਣਾ ਆਪ ਗ੍ਰਿਫਤਾਰ ਕਰਾਇਆ ਹੈ, ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਥੇ ਬਾਣੀ ਰਚੀ ਹੈ। ਉਹ ਬਾਣੀ ਹੈ 9ਵੇਂ ਪਾਤਸ਼ਾਹ ਦੇ ਸਲੋਕ, ਜਿਹੜੇ ਆਪਾਂ ਭੋਗਾਂ ਦੇ ਸਮੇਂ ਪੜ੍ਹਦੇ ਹਾਂ। ਉੱਥੋਂ ਜਿਹੜਾ ਚੌਥਾ ਸਿੱਖ ਸੀ ਉਹ ਲੈ ਕੇ ਆਇਆ ਸਲੋਕ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਰਹਿ ਗਏ ਨੇ। ਪਹਿਲਾਂ ਭਾਈ ਮਤੀ ਦਾਸ ਜੀ ਕੋਲ ਬੈਠੇ ਨੇ। ਇੱਕ ਦਿਨ ਕੋਈ ਸਿੱਖ ਆਇਆ, ਉਹਨੇ ਆ ਕੇ, ਇੱਥੇ ਦੈਨ ਦਾ ਜ਼ਿਕਰ ਵੀ ਆਇਆ ਕਿ ਉਹਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੁਝ ਗੰਨੇ ਭੇਟਾ ਕੀਤੇ ਨੇ ਕਾਰਾਗਾਹ ਦੇ ਵਿੱਚ। ਕਹਿਣ ਲੱਗਾ, ਮਹਾਰਾਜ ਮੈਂ ਗਰੀਬ ਹਾਂ ਤੇ ਭਾਈ ਮਤੀ ਦਾਸ ਨੇ ਜਾਣਿਆ ਗੁਰੂ ਮਾਲਕ ਅੰਦਰ ਹੈ ਤੇ ਉਹਦਾ ਸੀਤ ਪ੍ਰਸਾਦ ਹੈ। ਜਦੋਂ ਆਪਣੀ ਰਸਮਾਂ ਦੇ ਨਾਲ ਲਾਏ ਚੂਸਿਆ ਤੇ ਇਹੋ ਜਿਹਾ ਆਨੰਦ ਰਸ ਆਇਆ, ਇੰਨੇ ਸਮੇਂ ਨੂੰ ਉਸ ਵੇਲੇ ਦਾ ਕੋਤਵਾਲ ਸਾਹਮਣੇ ਆ ਗਿਆ। ਭਾਈ ਮਤੀ ਦਾਸ ਨੂੰ ਕਹਿਣ ਲੱਗਾ, ਅੱਖਾਂ ਬੰਦ ਕਰਕੇ ਕੀ ਆਨੰਦ ਵੇਖਦੇ ਹੋ? ਤੁਹਾਨੂੰ ਡਰ ਨਹੀਂ? ਕਿੰਨੇ ਚਿਰ ਦੇ ਤਸੀਹੇ ਮਿਲਦੇ ਪਏ, ਭੁੱਖੇ ਤੇ ਪਿਆਸੇ ਬੈਠੇ ਹੋ। ਤੇ ਭਾਈ ਮਤੀ ਦਾਸ ਜੀ ਨੇ ਲੈ ਵਿਚਾਰੇ ਨੇ ਕਹਿ ਦਿੱਤਾ ਸੀ, ਕਹਿਣ ਲੱਗੇ, ਉਸ ਵੇਲੇ ਕਹਿੰਦੇ, ਕੋਤਵਾਲ ਜੇ ਕਿਤੇ ਮੈਨੂੰ ਮੇਰਾ ਗੁਰੂ ਆਗਿਆ ਦੇਵੇ ਨਾ ਤੇ ਮੈਂ ਤੁਰਕਾਂ ਹੀ ਗੱਲ ਕਰਕੇ ਰੱਖ ਦਿਆਂ। ਜਦੋਂ ਇੰਨੀ ਗੱਲ ਸੁਣੀ ਕਿ ਭਾਵ ਸਾਰੇ ਤੁਰਕ ਕਲਾ ਹੀ ਮਾਰ ਦੇਵੇ, ਇਹ ਕਿੱਡਾ ਚਰਤ ਸੀ ਕਿ ਗੁਰੂ ਨਾਨਕ ਦੇ ਘਰ ਦੇ ਕੂਕਰਾਂ ਦੇ ਵਿੱਚ ਵੀ ਕਰਾਮਾਤਾਂ ਨੇ। ਕੂਕਰ ਕਹਿੰਦੇ ਨੇ ਕੁੱਤਿਆਂ ਨੂੰ। ਇਹ ਗੱਲ ਪ੍ਰਚਲਿਤ ਸੀ ਕਿ ਗੁਰੂ ਨਾਨਕ ਦੇ ਘਰ ਵਿੱਚ ਕੁੱਤਿਆਂ ਦੇ ਵਿੱਚ ਵੀ ਕਰਾਮਾਤਾਂ। ਸਿੱਖ ਦੇ ਬੜੇ ਬਲੀ ਹੁੰਦੇ ਨੇ। ਉਹ ਜਿਹੜਾ ਕੋਤਵਾਲ ਸੀ ਘਬਰਾਇਆ, ਉਹਨੇ ਜਾ ਕੇ ਸ਼ਿਕਾਇਤ ਕੀਤੀ ਹੈ। ਔਰੰਗਜ਼ੇਬ ਬਾਦਸ਼ਾਹ ਨੇ ਭਾਈ ਮਤੀ ਦਾਸ ਜੀ ਨੂੰ ਕੋਲ ਬੁਲਾ ਲਿਆ। ਕਹਿਣ ਲੱਗੇ, ਤੇਰੇ 'ਚ ਕਿੰਨਾ ਕੁ ਬਲ ਹੈ? ਤੇ ਭਾਈ ਮਤੀ ਦਾਸ ਜੀ ਕਹਿਣ ਲੱਗੇ, ਮੈਨੂੰ ਅਜੇ ਪੂਰਾ ਨਹੀਂ ਪਤਾ, ਤੂੰ ਕੀ ਕਰ ਸਕਦਾ? ਕਹਿਣ ਲੱਗਾ, ਜੋ ਗੁਰੂ ਚਾਹੇ ਮੈਂ ਕਰ ਸਕਦਾ, ਜੋ ਕਰਵਾਉਣਾ ਚਾਹੇ। ਜਦੋਂ ਇੰਨੀ ਗੱਲ ਕਹੀ ਹੈ, ਇੱਧਰ ਉਹਨੇ ਕਿਹਾ, ਜਾਂ ਕਰਾਮਾਤ ਦਿਖਾ ਤੇ ਜਾਂ ਮੌਤ ਲਈ ਤਿਆਰ ਹੋ ਜਾ, ਕਿਉਂਕਿ ਬਾਦਸ਼ਾਹ ਮੈਨੂੰ ਮੇਰੇ ਗੁਰੂ ਦੀ ਆਗਿਆ ਨਹੀਂ, ਗੁਰੂ ਕੋਲੋਂ ਆਗਿਆ ਲੈ ਦੇ, ਮੈਂ ਸਾਰਾ ਕੁਝ ਦਿਖਾ ਸਕਦਾ। ਹੁਣ ਇੱਧਰ ਭਾਈ ਮਤੀ ਦਾਸ ਨੂੰ ਵਾਪਸ ਭੇਜਿਆ। ਜਦੋਂ ਵਾਪਸ ਆਏ ਨੇ, ਗੁਰੂ ਤੇਗ ਬਹਾਦਰ ਸਾਹਿਬ ਅੰਤਰਜਾਮੀ ਸਤਿਗੁਰਾਂ ਕੋਲ ਬੁਲਾ ਲਿਆ। ਮਤੀ ਦਾਸ, ਤੇਰੇ ਵਿੱਚ ਕਿੰਨੀ ਕੁ ਪਾਵਰ ਹੈ? ਤੇ ਭਾਈ ਮਤੀ ਦਾਸ ਜੀ ਕਹਿਣ ਲੱਗੇ, ਮਹਾਰਾਜ ਜੀ, ਸਤਿਗੁਰਾਂ ਪੁੱਛਿਆ ਕਿੱਥੋਂ ਪਾਵਰ ਲਈ? ਤੇ ਮਹਾਰਾਜ ਤੁਹਾਡੇ ਕੋਲੋਂ ਲਈ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜੀ ਤੇਰੇ ਵਿੱਚ ਸ਼ਕਤੀ ਹੈ ਤੇ ਕੀ ਸਾਡੇ ਵਿੱਚ ਨਹੀਂ? ਕਹਿਣ ਲੱਗੇ, ਮਹਾਰਾਜ ਤੁਸੀਂ ਕਿ ਸਮੁੰਦਰੋਂ ਸ਼ਕਤੀਆਂ ਦੇ, ਮੇਰੇ ਵਿੱਚ ਤੇ ਇੰਨੀ ਕੁ ਹੈ ਜਿੰਨੇ ਕਿ ਚਰਨ ਗੰਗਾ 'ਚ ਪਾਣੀ ਹੁੰਦਾ ਹੈ। ਥੋੜਾ ਜਿਹਾ ਪਾਣੀ ਜਿਹਨਾਂ ਆਪਾਂ ਪੈਰ ਧੋ ਕੇ ਗੁਰੂ ਘਰ ਵਿੱਚ ਆਉਂਦੇ ਆ। ਬਹਾਦਰ ਸਾਹਿਬ ਜੀ ਨੇ ਕਿਹਾ, ਨਮਸਕਾਰ ਕਰ। ਜਦੋਂ ਨਮਸਕਾਰ ਕੀਤੀ, ਉਹ ਸਾਰਾ ਕੁਝ ਖੁੱਸ ਗਿਆ। ਭਾਵ ਸੀ ਮਹਾਰਾਜ ਕਹਿੰਦੇ, ਆਪਣੀ ਕਰਾਮਾਤ ਕਦੇ ਨਹੀਂ ਦਿਖਾਉਣੀ, ਸ਼ਹੀਦੀਆਂ ਦੇਣੀਆਂ ਪ੍ਰਵਾਨ ਹੈ, ਉਸ ਮਾਲਕ ਦੀ ਰਜ਼ਾ ਵਿੱਚ ਰਹਿਣਾ। ਭਾਈ ਮਤੀ ਦਾਸ ਨੂੰ ਫਤਵਾ ਲਾਇਆ ਗਿਆ। ਇਹ ਫਤਵਾ ਧਾਰਮਿਕ ਬੰਦਿਆਂ ਨੇ ਲਾਇਆ ਸੀ, ਕਾਜੀ ਤੇ ਮੁਲਾਣੇ। ਕਾਜੀ ਉਹ ਹੁੰਦਾ ਜਿਹੜਾ ਧਾਰਮਿਕ ਮਨੁੱਖ ਹੈ, ਪਰ ਉਹਨੂੰ ਜਿਵੇਂ ਕੁੱਲ ਗੁਰੂ ਕਹਿ ਦਿੰਦੇ ਨੇ। ਤੇ ਉਹਨੇ ਜਦੋਂ ਕੋਈ ਫੈਸਲਾ ਨਾ ਹੋਵੇ, ਉਹਦਾ ਫੈਸਲਾ ਕਾਜੀ ਕੋਲੋਂ ਕਰਾਉਂਦੇ ਨੇ। ਤੇ ਮੁਲਾਣਾ ਉਹ ਹੁੰਦਾ ਜਿਹੜਾ ਵਿਦਿਆ ਦੇ ਵਿੱਚ ਉਹਨਾਂ ਨੂੰ ਬੰਨਿਆ ਗਿਆ ਬਜ਼ੁਰਗ ਸਰੀਰ ਹੈ। ਹੁਣ ਵੇਖੋ ਚੀਰਨ ਦਾ ਤਰੀਕਾ ਕੀ ਸੀ। ਅਸੀਂ ਤੇ ਕੇਵਲ ਕਹਿੰਦੇ ਗੁਰੂ ਦੇ ਸਿੱਖ ਨੂੰ ਚੀਰ ਦਿੱਤਾ ਗਿਆ, ਪਰ ਜਿਹੜਾ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਕਹਿੰਦੇ ਜਦੋਂ 2 ਜਲਾਦ ਮੰਗਾਏ, ਸੀਸ ਦੇ ਉੱਪਰ ਭਾਈ ਮਤੀ ਦਾਸ ਦੇ ਆਰਾ ਰੱਖਿਆ। ਉਹ ਜਿਹੜਾ ਆਰਾ ਰੱਖਿਆ ਸੀ, ਉਹਦੇ ਦੰਦੇ ਬੜੇ ਸਖਤ ਨੇ। ਤੇ ਭਾਈ ਮਤੀ ਦਾਸ ਜੀ ਨੇ ਵੇਖ ਕੇ ਪਹਿਲਾਂ ਇਹ ਗੱਲ ਕਹੀ ਸੀ ਕਿ ਜਲਾਦਾ ਆਪਣਾ ਆਰਾ ਤਿੱਖਾ ਕਰ ਲਈ ਤੇ ਮੈਂ ਮਨ ਤਿੱਖਾ ਕਰਾਂ। ਉਹ ਜਲਾਦ ਹੈਰਾਨ ਹੋ ਕੇ ਪੁੱਛਦਾ, ਸਿੱਖਾ ਆਰਾ ਤੇ ਤਿੱਖਾ ਮੈਂ ਕਰਾਂਗਾ ਰੇਤੀ ਤੇ ਕਟੋਰੇ ਨਾਲ? ਭਾਈ ਮਤੀ ਦਾਸ ਜੀ ਕਹਿਣ ਲੱਗੇ, ਮੈਂ ਬਾਣੀ ਪੜ੍ਹ ਕੇ ਗੁਰੂ ਦੇ ਚਰਨ 'ਚ ਅਰਦਾਸ ਕਰਕੇ ਮਨ ਤਿੱਖਾ ਕਰਾਂਗਾ। ਤਿਆਰੀ ਹੋ ਗਈ, ਆਰਾ ਤਿੱਖਾ ਕੀਤਾ ਗਿਆ। ਤੇ ਇੱਥੇ ਇਸ ਜਲਾਦ ਨੇ ਪੁੱਛਿਆ ਸੀ ਕਿ ਆਰਾ ਤਿੱਖਾ ਕਰਨ ਦੀ ਗੱਲ ਕਿਉਂ ਕਹੀ ਹੈ? ਤੇ ਭਾਈ ਮਤੀ ਦਾਸ ਜੀ ਨੇ ਬਚਨ ਕਹੇ ਸਨ, ਕਹਿੰਦੇ, ਜਲਾਦਾ ਵੇਖੀ ਕਿਤੇ ਤੇਰਾ ਆਰਾ ਖੁੱਡਾ ਹੋਵੇ, ਮੇਰੇ ਸਰੀਰ ਦਾ ਚੀਰ ਵਿੰਗਾ ਪੈ ਜਾਵੇ ਤੇ ਦੁਨੀਆ ਤੇ ਲੋਕਾਂ ਨੇ ਕਹਿਣਾ ਗੁਰੂ ਦਾ ਸਿੱਖ ਡੋਲ ਗਿਆ ਹੋਵੇਗਾ, ਜਿਸ ਕਰਕੇ ਚੀਰ ਵਿੰਗਾ ਹੋ ਗਿਆ। ਮੈਂ ਇਹ ਗੱਲ ਕਹਿਣਾ, ਮੇਰੇ ਗੁਰੂ ਨੂੰ ਆਂਚ ਨਾ ਲੱਗੇ, ਮੇਰੇ ਗੁਰੂ ਦੇ ਇਤਿਹਾਸ ਨੂੰ ਕੋਈ ਗਲਤ ਨਾ ਕਵੇ, ਇਸ ਵਾਸਤੇ ਮੈਨੂੰ ਮਰਨਾ ਕਬੂਲ ਹੈ। ਕਿਉਂਕਿ ਸਾਡੇ ਤੇ ਗੁਰੂ ਨੇ ਪਹਿਲਾਂ ਕਿਹਾ ਸੀ ਕਿ ਮਰਨਾ ਕਬੂਲ ਕਰਕੇ ਆਵੀਂ, ਤੇਰਾ ਆਰਾ ਤਿੱਖਾ
ਚਾਹੀਦਾ ਹੈ। ਹੈਰਾਨ ਹੋ ਗਿਆ ਜਲਾਦ, ਇਦਾਂ ਦੇ ਗੁਰੂ ਦੇ ਸਿੱਖ। ਭਾਈ ਮਤੀ ਦਾਸ ਜੀ ਦੇ ਜਦੋਂ ਕੋਲ ਆਏ ਸਨ ਨਾ, ਤਿਆਰੀ ਕੀਤੀ, ਗੁਰੂ ਸਾਹਿਬਾਂ ਨੇ ਪੁੱਛਿਆ ਸੀ ਮਤੀ ਦਾਸਾ ਕੀ ਚਾਹੁੰਦਾ ਹੈ, ਤੇ ਹੱਥ ਜੋੜ ਕੇ ਕਿਹਾ ਸੀ ਮਹਾਰਾਜ ਇਹ ਪੇਪਰ ਬੜਾ ਸਖਤ ਹੈ, ਜੇ ਤੁਹਾਡੀ ਕਿਰਪਾ ਹੋਈ ਨਾ ਤੇ ਮੈਂ ਚਾਹੁੰਦਾ ਮੈਂ 100% ਨੰਬਰ ਲੈ ਕੇ ਹੀ ਜਾਵਾਂ ਇੱਥੋਂ, ਭਾਵ ਕਿ ਮੈਂ ਕਾਮਯਾਬ ਹੋਵਾਂ ਤੁਹਾਡੀ ਕਿਰਪਾ ਨਾਲ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਹੋਵੇਗਾ, ਗੁਰੂ ਨਾਨਕ ਸਾਹਿਬ ਤੇਰੇ ਤੇ ਕਿਰਪਾ ਕਰਨਗੇ। ਸੰਗਤ ਜੀ ਚੇਤੇ ਰੱਖਿਓ, ਇੱਥੇ ਆਰਾ ਉੱਪਰ ਸੀਸ ਤੇ ਟੇਕਿਆ, ਇੱਕ ਜਲਾਦ ਅੱਗੇ ਤੇ ਇੱਕ ਪਿੱਛੇ ਖੜਿਆ। ਕਾਜੀ ਜਿਹੜਾ ਜ਼ੋਰ ਦੀ ਵੱਡੀ ਸਾਰੀ ਮਾਲਾ ਲੈ ਕੇ ਘੁਮਾਉਂਦਾ ਉਹ ਵੀ ਲਾਗੇ ਖਲੋਤਾ ਹੈ। ਮੌਲਾਨਾ ਜਿਹੜਾ ਧਾਰਮਿਕ ਸਿੱਖਿਆ ਦਿੰਦਾ ਹੈ ਤੇ ਪੜ੍ਹਾਉਂਦਾ ਹੈ ਉਹ ਵੀ ਲਾਗੇ ਖਲੋਤਾ ਹੈ। ਰਾਜਨੀਤਿਕ ਬੰਦੇ ਵੀ ਲਾਗੇ ਖਲੋਤੇ ਨੇ। ਜਦੋਂ ਆਰਾ ਸੀਸ ਤੇ ਚੜਿਆ, ਇੱਕ ਖੁੱਬਿਆ, ਅਗਲੇ ਜਲਾਦ ਨੇ ਅਗਾਂਹ ਨੂੰ ਖਿੱਚਿਆ, ਪਿਛਲੇ ਨੇ ਪਛਾਣ ਨੂੰ ਖਿੱਚਿਆ। 1.5 ਇੰਚ ਦਾ ਫੱਟ ਪਿਆ ਸੀ। ਕਾਜੀ ਨੇ ਇਸ਼ਾਰਾ ਕੀਤਾ ਰੁਕ ਜਾਓ। ਜਦੋਂ ਰੁਕ ਗਏ ਨੇ, ਇਹ ਗੱਲ ਪੁੱਛੀ ਸੀ ਕਿ ਗੁਰਜਾ ਸਿੱਖਾਂ ਅਜੇ ਵੀ ਸਿੱਖੀ ਤਿਆਗ ਦੇ ਤੇ ਤੇਰੀ ਜਾਨ ਬਚੇਗੀ, ਤੇ ਨਾਲ ਪੁੱਛਿਆ ਸੀ ਮਖੌਲ ਕਰਕੇ ਮਤੀ ਦਾਸਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੜੇ ਆਨੰਦ ਲਏ ਨੇ, ਤੇ ਹੁਣ ਕਿਹੋ ਜਿਹਾ ਆਨੰਦ ਆਉਂਦਾ ਹੈ। ਤੇ ਭਾਈ ਮਤੀ ਦਾਸ ਜੀ ਜਿਹੜੇ ਗੁਰੂ ਘਰ ਦੇ ਰਾਗੀ ਸਨ, ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਵੇ, ਕੀਰਤਨ ਕਰੇ, ਤੇ ਭਾਈ ਮਤੀ ਦਾਸ ਜੀ ਕਹਿਣ ਲੱਗੇ ਸੀ ਕਾਜੀ ਚੇਤਾ ਰੱਖੀ ਸਾਡਾ ਆਨੰਦ ਕਦੇ ਘਟਦਾ ਨਹੀਂ, ਕਿਉਂਕਿ ਜਿਹੋ ਜਿਹਾ ਆਨੰਦ ਮੈਨੂੰ ਕਦੇ ਬਾਜੇ ਦੀਆਂ ਸੁਰਾਂ ਤੇ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਤਾਉਸ ਦੇ ਨਾਲ ਆਪ ਕੀਰਤਨ ਕਰਿਆ ਕਰਦੇ, ਜਿਹੋ ਜਿਹਾ ਆਨੰਦ ਕੀਰਤਨ ਦੀਆਂ ਸੁਰਾਂ ਤੇ ਮੈਨੂੰ ਆਉਂਦਾ ਸੀ ਨਾ, ਉਹ ਜਿਹਾ ਹੀ ਆਨੰਦ ਅੱਜ ਇੱਥੇ ਵੀ ਮੈਨੂੰ ਆਉਂਦਾ ਪਿਆ। ਜਦੋਂ ਇੰਨੀ ਗੱਲ ਸੁਣੀ, ਰੋਹ ਵਿੱਚ ਆ ਕੇ ਹੁਣ ਇੱਧਰ ਸ਼ੁਰੂ ਕੀਤਾ ਕਿ ਤੇਜ਼ੀ ਦੇ ਨਾਲ ਆਖਰੀ ਵਾਰ ਪੁੱਛਿਆ ਕਿ ਹੁਣ ਚੀਰ ਦਿੱਤਾ ਜਾਵੇ। ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਾਰੰਭ ਕੀਤੀ ਹੈ। ਭਾਈ ਸਾਹਿਬ ਜੀ ਨੇ ਜਦੋਂ ਇੱਕ ਓਂਕਾਰ ਪੜ੍ਹਨਾ ਸ਼ੁਰੂ ਕੀਤਾ, ਚੀਰ ਪੈਣਾ ਸ਼ੁਰੂ ਹੋਇਆ, ਜਿੱਥੋਂ ਤੱਕ ਪੰਜ ਪਾਵੈ ਦਾ ਰਹਿਮਾਨ, ਜਦੋਂ ਤੱਕ ਇਹ ਉਸ ਵੇਲੇ ਬਚਨ ਪੜ੍ਹੇ ਗਏ ਨੇ, ਤੇ ਭਾਈ ਮਤੀ ਦਾਸ ਜੀ ਦਾ ਸਰੀਰ 2 ਹਿੱਸਿਆਂ ਵਿੱਚ ਹੋ ਗਿਆ। 2 ਹਿੱਸਿਆਂ ਵਿੱਚ ਹੋਇਆ। ਵੇਖੋ ਬਾਣੀ ਦੇ ਨਾਲ ਪ੍ਰੀਤੀ ਹੈ। ਇਤਿਹਾਸਕਾਰ ਵੀ ਇਸ ਗੱਲ ਨੂੰ ਮੰਨਦੇ, ਮਹਾਂਪੁਰਸ਼ ਵੀ ਇਹ ਬਚਨ ਕਹਿੰਦੇ ਸਨ, ਕਹਿੰਦੇ ਸੰਗਤ ਜੀ ਉਹ ਜਿਹੜਾ 2 ਹਿੱਸਿਆਂ 'ਚ ਸਰੀਰ ਸੀ ਨਾ, ਉਹ ਬਾਣੀ ਪੜ੍ਹਨੋਂ ਨਹੀਂ ਜੇ ਹਟਿਆ। ਸਰੀਰ 2 ਹਿੱਸਿਆਂ ਵਿੱਚ ਹੋ ਗਿਆ, ਪਰ ਜਿਵੇਂ 2 ਸਿੰਘ ਮਿਲ ਕੇ ਭੋਗ ਪਾਉਂਦੇ ਨੇ, 9ਵੇਂ ਪਾਤਸ਼ਾਹ ਦੇ ਸ਼ਲੋਕ ਪੜ੍ਹਦੇ ਨੇ, ਸਰੀਰ ਦੇ 2 ਹਿੱਸਿਆਂ ਦੇ ਵਿੱਚੋਂ ਇਹਦਾ ਜਪਜੀ ਸਾਹਿਬ ਸੰਪੂਰਨ ਪੜ੍ਹਿਆ ਗਿਆ ਸੀ। ਸਰੀਰ 2 ਪਾਸੇ ਹੋ ਗਿਆ, ਪਰ ਜਪਜੀ ਸਾਹਿਬ ਸੰਪੂਰਨ ਪੜ੍ਹਿਆ ਤਾਂ ਜਾ ਕੇ ਸਰੀਰ ਸ਼ਾਂਤ ਹੋਇਆ। ਸ਼ਹੀਦੀ ਪਹਿਲੀ ਹੋ ਗਈ। ਦੂਜੀ ਵਾਰ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਆਏ ਨੇ। ਭਾਈ ਸਤੀ ਦਾਸ ਜੀ ਉਹ ਗੁਰੂ ਦੇ ਪਿਆਰੇ ਜਿਹੜੇ ਭਾਈ ਮਤੀ ਦਾਸ ਜੀ ਦੇ ਭਰਾ ਲੱਗਦੇ ਨੇ। ਜਦੋਂ ਇਹਨਾਂ ਨੂੰ ਫਤਵਾ ਲੱਗਾ ਤੇ ਫਤਵਾ ਕੀ ਲਾਇਆ ਕਿ ਰੂਹ ਇਹਨਾਂ ਦੇ ਦੁਆਰੇ ਲਪੇਟ ਕੇ ਤੇ ਜਿਉਂਦਿਆਂ ਨੂੰ ਅੱਗ ਲਾ ਦਿੱਤੀ ਜਾਵੇ। ਗੁਰੂ ਦੇ ਸਿੱਖ ਨੇ ਬਾਣੀ ਪੜ੍ਹੀ ਹੈ, ਉੱਥੇ ਰੂਹ ਇਕੱਠਾ ਕਰਕੇ ਲਪੇਟਿਆ ਗਿਆ ਹੈ। ਇਹ ਸਾਰਾ ਕੁਝ ਕੇਵਲ ਇੱਕ ਕਮਰੇ ਅੰਦਰ ਨਹੀਂ, ਇਹ ਓਪਨਲੀ ਢੰਡੋਰਾ ਪਟਵਾ ਕੇ ਤੇ ਫਿਰ ਇਕੱਠੀ ਕਰਕੇ ਦੁਨੀਆ ਨੂੰ ਦਿਖਾਇਆ ਗਿਆ ਹੈ। ਭਾਈ ਮਤੀ ਦਾਸ ਵੀ ਸ਼ਹੀਦ ਹੋ ਗਏ, ਭਾਈ ਸਤੀ ਦਾਸ ਜੀ ਦੀ ਵੀ ਸ਼ਹੀਦੀ ਹੋ ਗਈ। ਹੁਣ ਭਾਈ ਦਿਆਲਾ ਜੀ ਅੱਗੇ ਆਏ ਨੇ। ਜਦੋਂ ਭਾਈ ਦਿਆਲਾ ਜੀ ਦੀ ਵਾਰੀ ਆਈ, ਸਤਿਗੁਰਾਂ ਦੇ ਕੋਲ ਗਿਆ। ਮਹਾਰਾਜ ਨੇ ਪੁੱਛਿਆ ਭਾਈ ਦਿਆਲਾ ਸਾਹਿਬ ਕਿਹੋ ਜਿਹਾ ਫਤਵਾ ਲੱਗਾ? ਮਹਾਰਾਜ ਦੇਗ ਵਿੱਚ ਉਬਾਲਣ ਦਾ ਫਤਵਾ ਹੈ ਕਿ ਦੇਗ ਵਿੱਚ ਉਬਾਲਿਆ ਜਾਵੇ ਉਬਲਦੇ ਪਾਣੀ ਵਿੱਚ। ਸਤਿਗੁਰ ਕਹਿੰਦੇ ਦੱਸ ਕੀ ਚਾਹੀਦਾ? ਕਹਿਣ ਲੱਗੇ ਮਹਾਰਾਜ ਕਿਰਪਾ ਕਰਿਓ, ਇਹ ਸਰੀਰ ਤੇ ਨਾਸਵੰਤ ਹੈ, ਪਰ ਮੈਨੂੰ ਮਰਨ ਦੀ ਚਾਹਤ ਆ ਜਾਵੇ। ਉਬਲਦੀ ਦੇਗ ਜਿਹੜੀ ਰਾਤ ਦੇ ਸਮੇਂ ਤੋਂ ਜਿਹਦੇ ਥੱਲੇ ਅੱਗ ਡਾਈ ਜਾਂਦੀ ਹੈ, ਉਬਲਦੀਆਂ ਦੇਗ ਭਾਫਾਂ ਮਾਰਦੀ ਅੱਗ ਵਰਗਾ ਲਾਲ ਪਾਣੀ ਹੈ। ਭਾਈ ਦਿਆਲਾ ਜੀ ਨੂੰ ਪਕੜ ਕੇ ਲੱਗੇ ਜਾਣ। ਭਾਈ ਦਿਆਲਾ ਜੀ ਕਹਿਣ ਲੱਗੇ ਨਹੀਂ, ਮੇਰੀ ਬਾਂਹ ਨਹੀਂ ਪਕੜਨੀ। ਹੁਣ ਵੇਖ ਕੇ ਹੈਰਾਨ, ਸ਼ਾਇਦ ਸਿੱਖੀ ਛੱਡ ਜਾਵੇ ਜਿਹੜਾ ਇਸ ਤਰ੍ਹਾਂ ਬਾਂਹ ਛਡਾਉਂਦਾ ਹੈ। ਕਹਿਣ ਲੱਗੇ ਗੁਰੂ ਦਾ ਸਿੱਖ ਹਾਂ, ਮੌਤ ਤੋਂ ਘਬਰਾਉਂਦਾ ਨਹੀਂ। ਬਾਂਹ ਮੈਂ ਤਾਂ ਛਡਾਈ ਕਿ ਮੈਂ ਆਪ ਚੱਲ ਕੇ ਦੇਗ ਵਿੱਚ ਬੈਠਾਂਗਾ। ਉਬਲਦੀ ਦੇਗ ਵਿੱਚ ਭਾਈ ਦਿਆਲਾ ਜੀ ਜਾ ਕੇ ਬਹਿ ਗਏ ਨੇ। ਇਹਨਾਂ ਇੱਥੇ ਤੱਕ ਬਸ ਨਹੀਂ, ਉੱਪਰ ਢੱਕਣ ਦੇ ਦਿੱਤਾ ਹੈ। ਜਦੋਂ ਢੱਕਣ ਦਿੱਤਾ ਹੈ ਤੇ ਭਾਈ ਦਿਆਲਾ ਜੀ ਵਾਹਿਗੁਰੂ ਦਾ ਸਿਮਰਨ ਕਰਦੇ ਪਏ ਸਨ। ਕਹਿੰਦੇ ਕਿੰਨਾ ਲੰਬਾ ਸਮਾਂ ਲੰਘ ਗਿਆ, ਆਉਂਦੀ ਰਹੀ। ਹੈਰਾਨ ਹੋ ਗਏ, ਉਬਲਦੇ ਪਾਣੀ ਸਿੱਖ ਦਾ ਨੁਕਸਾਨ ਕੋਈ ਨਹੀਂ। ਜਦੋਂ ਢੱਕਣ ਚੁੱਕ ਕੇ ਵੇਖਿਆ, ਭਾਈ ਸਾਹਿਬ ਦੀਆਂ ਹੱਡੀਆਂ ਵੱਖਰੀਆਂ ਨੇ, ਚਰਬੀ ਵੱਖਰੀ ਹੋ ਗਈ, ਨਾੜਾਂ ਵੱਖਰੀਆਂ ਨੇ, ਪਰ ਵਾਹਿਗੁਰੂ ਦਾ ਸਿਮਰਨ ਉਹਦੇ ਵਿੱਚ ਉਸੇ ਤਰ੍ਹਾਂ ਚੱਲਦਾ ਪਿਆ ਹੈ। ਸ਼ਹੀਦੀ ਤੀਜੀ ਵੀ ਹੋ ਗਈ ਤੇ ਆਖਰ ਤੇ ਇਹ ਸਮਾਂ ਸੀ
1732 ਬਿਕਰਮੀ ਦਾ 1675 ਈਸਵੀ ਦਾ। ਇਤਿਹਾਸਕਾਰਾਂ ਨੇ 19 ਦਸੰਬਰ ਦਾ ਦਿਨ ਦੱਸਿਆ। ਉਂਝ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਮੰਗਲਵਾਰ ਦਾ ਦਿਨ ਵੀ ਦੱਸਿਆ। ਰਹੋ ਵਿਚਾਰ ਤਰੀਕਾਂ ਈਸਾਈ ਈਸਵੀ ਕੈਲੰਡਰ ਕਰਕੇ ਬਦਲ ਜਾਂਦੀਆਂ ਨੇ, ਪਰ ਸਮਾਂ ਸੀ ਜਿਸ ਵੇਲੇ 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਮਾਂ ਆਇਆ। ਔਰੰਗਜ਼ੇਬ ਆਖਰੀ ਵਾਰ ਮਿਲਿਆ ਗੁਰੂ ਸਾਹਿਬ ਜੀ ਨੂੰ। ਜਦੋਂ ਮਿਲਿਆ ਤੇ ਇੰਨੀ ਗੱਲ ਕਹੀ, ਤੁਸੀਂ ਮੌਤ ਲਈ, ਤੁਹਾਡੇ ਸਿੱਖ ਵੀ ਸ਼ਹੀਦ ਹੁੰਦੇ ਜਾ ਰਹੇ ਨੇ, ਤੁਸੀਂ ਵੀ ਤਿਆਰ ਹੋ। ਤੇ ਇੰਨੀ ਗੱਲ ਦੱਸਿਓ, ਦੁਨੀਆ ਦੇ ਲੋਕ ਕਹਿੰਦੇ ਸੀ ਗੁਰੂ ਨਾਨਕ ਦੇ ਘਰ 'ਚ ਬੜੀ ਕਰਾਮਾਤ ਹੈ, ਸ਼ਕਤੀ ਹੈ, ਤੇ ਫਿਰ ਸ਼ਕਤੀ ਦਾ ਕਿੱਦਾਂ ਪਤਾ ਲੱਗੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਬਾਦਸ਼ਾਹ ਚੇਤਾ ਰੱਖੀ, ਇਹ ਤੇਰਾ ਰਚਿਆ ਪ੍ਰਪੰਚ ਨਹੀਂ, ਇਹ ਸਾਰੀ ਕਲਾ ਅਕਾਲ ਪੁਰਖ ਦੀ ਰਚੀ ਹੋਈ ਹੈ। ਇਹ ਤੋਂ ਪਹਿਲਾਂ ਇੱਕ ਸਵਾਲ ਕੀਤਾ ਸੀ ਉਸ ਵੇਲੇ ਗੁਰੂ ਸਾਹਿਬਾਨ ਨੂੰ ਔਰੰਗਜ਼ੇਬ ਲਈ। ਕਹਿਣ ਲੱਗਾ, ਮੈਂ ਚਾਹੁੰਦਾ ਕਿ ਦੁਨੀਆ ਤੋਂ ਵਿਵਾਦ ਮੁੱਕ ਜਾਵੇ। ਉਹ ਕਿਹੜੇ ਤਰੀਕੇ ਨਾਲ ਕਹਿੰਦਾ, ਦੋ ਧਰਮ ਨੇ, ਹਿੰਦੂ ਤੇ ਮੁਸਲਮਾਨ, ਮੈਂ ਚਾਹੁੰਦਾ ਸਾਰੇ ਹਿੰਦੂ ਮੁਕਾ ਦਿਆਂ ਤੇ ਮੁਸਲਮਾਨ ਬਣ ਜਾਣ, ਕੋਈ ਵਿਵਾਦ ਨਾ ਰਹਿ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਹੱਸ ਕੇ ਕਹਿਣ ਲੱਗੇ, ਤੂੰ ਚਾਹੁੰਦਾ ਹੈ ਕਿ ਦੋ ਹੋਣ, ਪਰ ਮੈਨੂੰ ਇਹ ਲਿਹਾਜ਼ ਹੁੰਦਾ ਹੈ ਕਿ ਪਰਮੇਸ਼ਰ ਅਕਾਲ ਪੁਰਖ ਚਾਹੁੰਦਾ 2 ਤੋਂ 3 ਬਣ। ਸਤਿਗੁਰੂ ਜੀ ਕਹਿੰਦੇ, ਕਾਲੀਆਂ ਮਿਰਚਾਂ ਇੱਕ ਮਣ ਲੈ ਕੇ ਆ। ਜਦੋਂ ਕਾਲੀਆਂ ਮਿਰਚਾਂ ਲੈ ਕੇ ਆਏ ਨੇ, ਚੁਰਸਤੇ ਵਿੱਚ ਲਾ ਕੇ ਅੱਗ ਲਾਈ ਹੈ, ਮਹਾਰਾਜ ਕਹਿੰਦੇ ਸਵਾਹ ਵਿੱਚ ਹੱਥ ਮਾਰ ਕੇ ਵੇਖ, ਜਿੰਨੇ ਦੁਨੀਆ ਤੇ ਚੱਲਣਗੇ, ਜੇ ਤੂੰ 2 ਤੋਂ 1 ਕਰਨਾ ਚਾਹੁੰਦਾ, ਜੇ ਅਕਾਲ ਪੁਰਖ ਨੇ ਚਾਹਿਆ 1 ਹੋਵੇਗਾ ਤੇ 1 ਮਿਰਚ ਰਵੇਗੀ, ਜੇ 2 ਰੱਖਣੇ ਹੋਣਗੇ 2, ਜਿੰਨੀਆਂ ਮਿਰਚਾਂ ਤੈਨੂੰ ਜਵਾਬ ਮਿਲੇਗਾ। ਜਦੋਂ ਔਰੰਗਜ਼ੇਬ ਨੇ ਉਹ ਛਾਣ ਕੇ ਸਵਾਹ ਵੇਖੀ, 3 ਮਿਰਚਾਂ ਉਹਦੇ ਚੋਂ ਕਾਲੀਆਂ ਨਿਕਲੀਆਂ ਸਨ। ਜਦੋਂ ਇਹ ਵੇਖਿਆ, ਕਹਿਣ ਲੱਗਾ, ਫਿਰ ਜਿਹੜੀ ਕਰਾਮਾਤ ਦੀ ਗੱਲ, ਸ਼ਕਤੀ ਦੀ ਗੱਲ ਗੁਰੂ ਨਾਨਕ ਦੇ ਘਰ ਦੀ ਕਰਦੇ ਸਨ, ਉਹ ਫਿਰ ਰਹਿ ਜਾਵੇਗੀ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਨਹੀਂ, ਉਹ ਨਹੀਂ ਰਹੇਗੀ। ਹੁਣ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਅੱਗੇ ਜਾ ਕੇ ਇਤਿਹਾਸ ਭਾਈ ਸਾਹਿਬ ਆਵੇਗਾ। ਉਸ ਵੇਲੇ ਇਹ ਸਾਰਾ ਕੁਝ ਕੌਤਕ ਪਰਮੇਸ਼ਰ ਦਾ ਰਚਿਆ। ਤੂੰ ਕਰਾਮਾਤ ਦੀ ਗੱਲ ਕਰਦੇ ਨਾ, ਮੇਰਾ ਸੀਸ ਉਤਰਨਾ ਵੀ ਜ਼ਰੂਰੀ ਹੈ, ਤੇਰੀ ਇੱਕ ਕੌਮ ਦਾ ਰਾਜ ਭਾਗ ਮੁੱਕਣਾ ਵੀ ਜ਼ਰੂਰੀ ਹੈ। ਕਹਿਣ ਲੱਗੇ, ਸ਼ਕਤੀ ਵੇਖਣੀ ਹੈ, ਤੇ ਜਦੋਂ ਜਲਾਦ ਤਲਵਾਰ ਮੇਰੇ ਤੇ ਫੇਰੇਗਾ ਨਾ, ਉਹਦੀ ਤਲਵਾਰ ਤੇ ਇੱਕ ਬਰੀਕ ਕਾਗਜ਼ ਬਣ ਕੇ ਕੱਚਾ ਧਾਗਾ ਬਣ ਦੇਵੀਂ, ਵੇਖੀ ਉਹਦੀ ਤਲਵਾਰ ਲੱਗਣ ਤੋਂ ਬਗੈਰ ਹੀ ਮੇਰਾ ਸੀਸ ਉਤਰ ਜਾਵੇਗਾ। ਇਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੋਇਆ। ਜਿਹਦੀ ਕਿੰਤੂ ਕਰਦੇ ਕਸੀ ਸ਼ਰਧਾਵਾਨ ਬਣੇ ਨਾ, ਜਿਹੜਾ ਕਿੰਤੂ ਕਰਦਾ ਤੇ ਸ਼ਰਧਾਵਾਨ ਬਣ ਜਾਂਦੇ, ਸੁਖੀ ਤੇ ਕਦੇ ਵੇਖਿਆ। ਸੱਚ ਦੀ ਗੱਲ ਸੀ, 19 ਦਸੰਬਰ ਤੋਂ ਬਾਅਦ ਆਖਰੀ ਸਵਾਸ ਤੱਕ ਔਰੰਗਜ਼ੇਬ ਇੰਨਾ ਘਬਰਾ ਗਿਆ ਕਿ ਕਦੇ ਦਿੱਲੀ ਵਿੱਚ ਸੁੱਤਾ ਤੱਕ ਨਹੀਂ ਸੀ। ਔਰੰਗਾਬਾਦ ਜਾ ਕੇ ਮਰ ਗਿਆ, ਪਰ 19 ਦਸੰਬਰ 1675 ਈਸਵੀ ਤੋਂ ਬਾਅਦ ਕਦੇ ਦਿੱਲੀ ਦੇ ਵਿੱਚ ਔਰੰਗਜ਼ੇਬ ਨਹੀਂ ਸੁੱਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣਾ ਸੀਸ ਬਲੀਦਾਨ ਦਿੱਤਾ ਹੈ ਸਾਡੀ ਸਾਰਿਆਂ ਦੀ ਖਾਤਰ, ਇਕੱਲਾ ਇੱਕ ਦੀ ਖਾਤਰ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਤੋਂ ਬਾਅਦ ਇਹ ਖਾਲਸਾ ਪੰਥ ਸਾਜਿਆ, ਤੇ ਮਹਾਰਾਜ ਨੇ ਕਿਹਾ ਸੀ, ਇਹੋ ਜਿਹਾ ਸਿੱਖ ਸਾਜ ਦਿਆਂਗਾ। ਕਿਉਂਕਿ ਜਦੋਂ ਆ ਕੇ ਕਿਹਾ ਸੀ ਨਾ ਸਿੱਖਾਂ ਮਹਾਰਾਜ, ਉੱਥੇ ਸਿੱਖ ਤੇ ਬੜੇ ਹੋਣਗੇ, ਪਰ ਕੋਈ ਬੋਲਿਆ ਹੀ ਨਹੀਂ, ਕੋਈ ਕੁਸਕਿਆ ਹੀ ਨਹੀਂ, ਤੇ ਨਜ਼ਰ ਨਹੀਂ ਸੀ ਆਉਂਦਾ। ਤੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਅੱਜ ਤੋਂ ਬਾਅਦ ਮੈਂ ਸਿੱਖ ਇਹੋ ਜਿਹਾ ਸਾਜ ਦਿਆਂਗਾ, ਉਹ ਹਜ਼ਾਰਾਂ ਲੱਖਾਂ ਦੀ ਪਛਾਣਿਆ ਜਾਵੇਗਾ। ਧੰਨ ਗੁਰੂ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੇ ਇਹ ਪੰਥ ਖਾਲਸਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਸ਼ਹੀਦੀ ਤੋਂ ਬਾਅਦ ਇਹ ਸਾਜਿਆ, ਤੇ ਜਿਸ ਪੰਥ ਦੇ ਅਸੀਂ ਹਮੇਸ਼ਾ ਹੀ ਤਾਬਿਆਦਾਰ ਬਣ ਕੇ ਰਹਿਣਾ, ਜਿਸ ਪੰਥ ਨੂੰ ਸਦਾ ਪੂਜਣਾ। ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਵਚਨ ਸਨ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰਹੁ ਨਿਵਾਸ। ਸਾਹਿਬ ਕਹਿੰਦੇ, ਮੈਂ ਤੇ ਸਦਾ ਖਾਲਸੇ ਵਿੱਚ ਰਹਿਣਾ, ਸਤਿਗੁਰ ਕਿਰਪਾ ਕਰ। ਇੱਥੇ ਬੜੀ ਚੰਗੀ ਗੱਲ ਨੌਜਵਾਨਾਂ ਵਾਸਤੇ, ਬੜੀ ਮਨ ਨੂੰ ਖੁਸ਼ੀ ਮਿਲੀ ਹੈ ਕਿ ਜੋ ਇਹਨਾਂ ਨੇ ਆਪ ਹੀ ਉਦਮ ਕਰਕੇ ਇਹ ਕਾਰਜ ਲੱਭੇ ਹੈ। ਗੁਰੂ ਸਾਹਿਬ ਕਿਰਪਾ ਕਰਨ। ਅੱਜ ਹੀ ਭਾਈ ਗਗਨਦੀਪ ਸਿੰਘ ਜੀ ਦੱਸ ਰਹੇ ਸਨ ਕਿ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਇੱਥੇ ਅਮਰੀਕਾ ਵਿੱਚ ਨਾਲ ਹੀ ਸਨ, ਪਰ ਜਦੋਂ ਪਿਛਲੀ ਵਾਰ ਆਪਾਂ ਨਗਰ ਵਿੱਚ ਆਏ ਸਨ, ਉਦੋਂ ਵੀ ਆਪਾਂ ਗੁਰਮਤਿ ਦੇ ਸਮਾਗਮ ਪ੍ਰਾਰੰਭ ਕੀਤੇ ਸਨ। ਇਹ ਮੇਰੇ ਕਹਿਣ ਦੀ ਗੱਲ ਨਹੀਂ ਸੀ। ਉਦੋਂ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਤੇ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਇਹ ਗੱਲ ਕਹੀ ਸੀ, ਤੁਸੀਂ ਆਰੰਭ ਕਰੋ, ਅਸੀਂ ਤੁਹਾਡੀ ਹਰ ਤਰ੍ਹਾਂ ਦੀ ਹੈਲਪ ਕਰਾਂਗੇ, ਰਾਗੀ ਜਥੇਬੰਦੀ ਤੇ ਕਥਾਵਾਚਕ ਵੀ ਆਇਆ ਕਰਨਗੇ। ਪਰ ਕੁਝ ਕੁ ਸਾਡੀਆਂ ਇੱਕ ਇਉਂ ਕਹਿ ਦਈਏ ਕਿ ਘੜੇ ਬੰਦੀਆਂ ਕਰਕੇ ਉਹ ਕਾਰਜ ਸਿਰੇ ਨਹੀਂ ਚੜਿਆ। ਹੁਣ ਕੋਸ਼ਿਸ਼ ਕਰਾਂਗੇ ਕਿ ਅਗਲਾ ਸਮਾਗਮ ਜਦੋਂ ਵੀ ਗੁਰੂ ਸਾਹਿਬ ਕਿਰਪਾ ਕਰਨ ਨੌਜਵਾਨ ਉਦਮ ਕਰਨ, ਕਿਉਂਕਿ 1 ਤਰੀਕ ਨੂੰ ਸ਼ਾਇਦ ਖਾਨਪੁਰ ਵਿਖੇ ਭਾਈ ਹਰਜਿੰਦਰ ਸਿੰਘ ਜੀ ਨੇ ਆਉਣਾ,
ਉਹਨਾਂ ਪਾਸੋਂ ਵੀ ਆਪਾਂ ਸਮਾਂ ਲਵਾਂਗੇ, ਉਹਨਾਂ ਦੀ ਰਚਨਾ ਤੋਂ ਵੀ ਆਪਾਂ ਗੁਰੂ ਦੇ ਕੀਰਤਨ ਜਿਹੜੇ ਸਰਵਣ ਕਰਾਂਗੇ, ਕਿਉਂਕਿ ਭਾਈ ਸਾਹਿਬ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਡੀਆ ਪਹੁੰਚ ਗਏ ਨੇ। ਸਤਿਗੁਰੂ ਕਿਰਪਾ ਕਰਨ, ਇਹ ਬੜਾ ਭਾਰੀ ਉਦਮ ਹੈ। ਮੈਂ ਇਹਨਾਂ ਦਾ ਧੰਨਵਾਦ ਕਰਦਾ ਨੌਜਵਾਨ ਵੀਰਾਂ ਦਾ, ਇਹਦੇ ਵਿੱਚ ਜਿਨ੍ਹਾਂ ਨੇ ਬੜੇ ਉਦਮ ਦੇ ਨਾਲ ਸੇਵਾ ਆਰੰਭ ਕੀਤੀ, ਬਹੁਤ ਸਹਿਯੋਗ ਦਿੱਤਾ। ਸੰਗਤ ਜੀ, ਦੁਨੀਆ ਤੇ ਬੜਾ ਕੁਛ ਕਮਾਈਦਾ ਤੇ ਬੜਾ ਕੁਛ ਖਰਚੀਦਾ, ਪਰ ਸੱਚ ਕਰਕੇ ਜਾ ਰਹੇ ਹੋ, ਜਿਹੜੀ ਇਹ ਸੇਵਾ ਹੈ ਨਾ ਗੁਰੂ ਦੇ ਘਰ ਵਿੱਚ, ਇਹ ਸਾਡੀ ਦਰਗਾਹ ਦੇ ਵਿੱਚ ਵੀ ਸਾਡੀ ਨੇਕੀ ਵਿੱਚ ਲੱਗਦੀ ਹੈ। ਇਸ ਵਾਸਤੇ ਯਤਨ ਕਰਨਾ। ਮੈਂ ਇੱਕ ਬੇਨਤੀ ਕਰਾਂਗਾ, ਕਈ ਵਾਰ ਅਸੀਂ ਘਰਾਂ ਵਿੱਚ ਦਸਵੰਧ ਰੱਖਦੇ ਹਾਂ ਜਾਂ ਕਦੇ ਕਾਰਜਾਂ ਵਿੱਚੋਂ ਅਸੀਂ ਦਸਵੰਧ ਕੱਢਦੇ ਹਾਂ ਨਾ, ਤੇ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ, ਇਹ ਨੌਜਵਾਨਾਂ ਨੂੰ ਜ਼ਰੂਰ ਦਿਆ ਕਰੋ ਦਸਵੰਧ, ਕਿਉਂਕਿ ਜਿੱਦਣ ਤੁਸੀਂ ਦਸਵੰਧ ਦੇਣਾ ਸ਼ੁਰੂ ਕਰੋਗੇ, ਜਥੇ ਇੱਥੇ ਆਉਣਗੇ, ਇਹਦੇ ਵਿੱਚ ਸਾਡਾ ਵੀ ਭਲਾ ਤੇ ਬੱਚਿਆਂ ਦਾ ਵੀ ਭਲਾ। ਗੁਰੂ ਦੀ ਬਾਣੀ ਸੁਣਾਂਗੇ, ਵਧੀਆ ਤੋਂ ਵਧੀਆ ਕਥਾਵਾਚਕ ਗੁਰਮੁਖ ਪਿਆਰੇ ਜੀਵਨ ਵਾਲੇ ਨਾਮੀ ਰਾਗੀ ਜਥੇ ਇੱਥੇ ਆਉਣਗੇ। ਜਦੋਂ ਵੀ ਆਪਣੇ ਕੋਲ ਗੁੰਜਾਇਸ਼ ਹੁੰਦੀ ਨਾ, ਅਸੀਂ ਜਿਹਨੇ ਸੇਵਾ ਕਰਨੀ ਹੈ, ਪੁੰਨ ਕਰਨਾ, ਦਾਨ ਕਰਨਾ, ਤੇ ਇਹ ਜਿਹੜੇ ਨੌਜਵਾਨ ਜਿਹਨਾਂ ਇਹ ਕੰਮ ਅਰੰਭਿਆ ਹੈ ਨਾ, ਕਿਉਂਕਿ ਇਹਦੇ ਵਿੱਚ ਇਹੀ ਆ ਕਿ ਇਹਨਾਂ ਸਤਿਗੁਰੂ ਜੀ ਕਹਿੰਦੇ ਕਾਲੀਆਂ ਮਿਰਚਾਂ ਇੱਕ ਮਣ ਲੈ ਕੇ ਆ। ਜਦੋਂ ਕਾਲੀਆਂ ਮਿਰਚਾਂ ਲੈ ਕੇ ਆਏ ਨੇ, ਚੁਰਸਤੇ ਵਿੱਚ ਲਾ ਕੇ ਅੱਗ ਲਾਈ ਹੈ, ਮਹਾਰਾਜ ਕਹਿੰਦੇ ਸਵਾਹ ਵਿੱਚ ਹੱਥ ਮਾਰ ਕੇ ਵੇਖ, ਜਿੰਨੇ ਦੁਨੀਆ ਤੇ ਚੱਲਣਗੇ, ਜੇ ਤੂੰ 2 ਤੋਂ 1 ਕਰਨਾ ਚਾਹੁੰਦਾ, ਜੇ ਅਕਾਲ ਪੁਰਖ ਨੇ ਚਾਹਿਆ 1 ਹੋਵੇਗਾ ਤੇ 1 ਮਿਰਚ ਰਵੇਗੀ, ਜੇ 2 ਰੱਖਣੇ ਹੋਣਗੇ 2, ਜਿੰਨੀਆਂ ਮਿਰਚਾਂ ਤੈਨੂੰ ਜਵਾਬ ਮਿਲੇਗਾ। ਜਦੋਂ ਔਰੰਗਜ਼ੇਬ ਨੇ ਉਹ ਛਾਣ ਕੇ ਸਵਾਹ ਵੇਖੀ, 3 ਮਿਰਚਾਂ ਉਹਦੇ ਚੋਂ ਕਾਲੀਆਂ ਨਿਕਲੀਆਂ ਸਨ। ਜਦੋਂ ਇਹ ਵੇਖਿਆ, ਕਹਿਣ ਲੱਗਾ ਫਿਰ ਜਿਹੜੀ ਕਰਾਮਾਤ ਦੀ ਗੱਲ, ਸ਼ਕਤੀ ਦੀ ਗੱਲ ਗੁਰੂ ਨਾਨਕ ਦੇ ਘਰ ਦੀ ਕਰਦੇ ਸਨ, ਉਹ ਫਿਰ ਰਹਿ ਜਾਵੇਗੀ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨਹੀਂ, ਉਹ ਨਹੀਂ ਰਹੇਗੀ। ਹੁਣ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਅੱਗੇ ਜਾ ਕੇ ਇਤਿਹਾਸ ਭਾਈ ਸਾਹਿਬ ਆਵੇਗਾ, ਉਸ ਵੇਲੇ ਸਾਡੇ ਇਹਨਾਂ ਦਾ ਸਹਿਯੋਗ ਦਿਓ। ਅਗਾਂਹ ਵੀ ਜਦੋਂ ਸਮਾਂ ਬਣਿਆ, ਬਾਹਰੋਂ ਵੀ ਸਿੱਖ ਸੰਗਤਾਂ ਜ਼ਰੂਰ ਇਹਨਾਂ ਦਾ ਸਹਿਯੋਗ ਦਿਆ ਕਰਨਗੀਆਂ, ਕਿ ਆਪਾਂ ਇਸੇ ਤਰ੍ਹਾਂ ਜਦੋਂ ਕਦੇ 5-4 ਮਹੀਨਿਆਂ 6 ਮਹੀਨਿਆਂ ਬਾਅਦ ਸਮਾਂ ਬਣੇ ਤੇ ਪ੍ਰੋਗਰਾਮ ਜਿਹੜਾ ਇਸੇ ਪ੍ਰਕਾਰ ਗੁਰੂ ਘਰਾਂ ਵਿੱਚ, ਬਹੁਤਾ ਵੱਡਾ ਕੋਈ ਆਪਾਂ ਸਮਾਗਮ ਨਹੀਂ, ਜਿੱਥੋਂ ਆਪਾਂ ਨੂੰ ਲਾਹਾ ਮਿਲੇ ਕਿ ਅਸੀਂ ਗੁਰੂ ਦੀ ਗੱਲ ਸੁਣ ਸਕੀਏ, ਗੁਰੂ ਦੀ ਬਾਣੀ ਦਾ ਆਨੰਦ ਮਾਣ ਸਕੀਏ। ਇਹ ਆਪਾਂ ਇਹਨੂੰ ਭਾਵੇਂ ਛੋਟਾ ਕਹਿ ਦਈਏ, ਪਰ ਹੈ ਤੇ ਬੜਾ ਵੱਡਾ। ਇਹ ਆਪਾਂ ਕਰਨ ਦਾ ਕਰਾਂਗਾ, ਇਹਨਾਂ ਨੌਜਵਾਨਾਂ ਦੇ ਨਾਲ ਇਹਨਾਂ ਦੀ ਮਦਦ ਕਰਾਂਗੇ। ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਆਪਣਾ ਜੋ ਦਸਵੰਧ, ਜੋ ਮਾਇਆ ਆਪਣੇ ਕਰਜ਼ੇ 'ਚੋਂ ਬਚਾ ਕੇ ਰੱਖ ਸਕਦੇ ਹੋ, ਉਹ ਇਹਨਾਂ ਨੂੰ ਥੋੜ੍ਹੀ ਬਹੁਤ ਕੋਈ ਬੰਦਿਸ਼ ਨਹੀਂ, ਉਹ ਸਾਰੇ ਸਹਿਯੋਗ ਦਿਆ ਕਰੋ, ਤੇ ਆਪਾਂ ਇਸੇ ਤਰ੍ਹਾਂ ਜਿਹੜੇ ਪ੍ਰੋਗਰਾਮ ਨੇ ਉਹ ਕਰਿਆ ਕਰੀਏ। ਦੂਜੀ ਇੱਕ, ਜਿਵੇਂ ਆਪ ਜੀ ਨੇ ਅੱਜ ਵੇਖਿਆ ਕਿ ਪਹਿਲਾਂ ਸਹਿਜ ਪਾਠ ਦੇ ਭੋਗ ਪਾਏ ਗਏ, ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ, ਫਿਰ ਕੀਰਤਨ ਆਰੰਭ ਹੋਏ। ਅਸਲ ਵਿੱਚ ਮਰਿਆਦਾ ਇਹ ਹੈ, ਇਹ ਮਰਿਆਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਤੋਂ ਜਿਹੜੀ ਸੀਨਾ ਬਸੀਨਾ ਦਮਦਮੀ ਟਕਸਾਲ ਵਿੱਚ ਵੀ ਇਸੇ ਤਰ੍ਹਾਂ ਚੱਲਦੀ ਹੈ। ਜਦੋਂ ਵੀ ਦੀਵਾਨ ਸੱਜਣ ਇਸੇ ਤਰ੍ਹਾਂ ਹੀ ਚਾਹੀਦਾ ਕਿ ਰਹਿਰਾਸ ਸਾਹਿਬ ਜੀ ਦੇ ਪਾਠ ਵਿੱਚ ਪ੍ਰਬੰਧਤਾ ਹੁੰਦੀ ਹੈ। ਸੋ ਸਾਰੇ ਯਤਨ ਕਰਕੇ ਸਮੇਂ ਨਾਲ ਆਪਾਂ ਪਹੁੰਚਿਆ ਕਰੀਏ, ਲਾਹਾ ਪ੍ਰਾਪਤ ਕਰਿਆ ਕਰੀਏ। ਇੰਨੀ ਦਾਤ ਦੀ ਸੇਵਾ ਕਾਰਜ ਹੋਣੀ ਪਾਉਣੀ ਜੀ, ਅਸੀਸਾਂ ਬਖਸ਼ਣੀਆਂ ਕਿ ਮਹਾਰਾਜ ਸਦਾ ਤੇਰੇ ਦਰ ਦੀ, ਤੇਰੇ ਪੰਥ ਦੀ, ਤੇਰੀਆਂ ਸੰਗਤਾਂ ਦੀ ਸੇਵਾ ਕਰਦੇ ਹੀ ਸਵਾਸ ਨਿਕਲ ਤੇ ਤੇਰੇ ਦਰ ਦੇ ਲੇਖੇ ਵਿੱਚ ਲੱਗ ਜਾਈਏ। ਇਹੀ ਸਭ ਤੋਂ ਵੱਡਾ ਸਾਡੇ ਵਾਸਤੇ ਆਪਣੀਆਂ ਅਸੀਸਾਂ। ਗੁਰੂ ਸਾਹਿਬ ਕਿਰਪਾ ਕਰਨ, ਕੋਈ ਭੁੱਲ ਚੁੱਕ ਦੀ ਖਿਮਾ, ਅੱਗੇ ਤੋਂ ਸਮਝ ਬਖਸ਼ਣੀ ਜੀ। ਮੈਂ ਯਤਨ ਕੀਤਾ, ਬੜਾ ਵੱਡਾ ਇਤਿਹਾਸ ਥੋੜ੍ਹਾ ਜਿਹਾ ਸੰਖੇਪ ਰੂਪ ਵਿੱਚ ਆਪਾਂ ਵਿਚਾਰਨ ਦਾ ਯਤਨ ਕੀਤਾ, ਕੋਈ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। 5 ਬੱਚਿਆਂ ਨੂੰ ਨਾਲ ਲਿਆ, ਨਾਲ ਗੁੱਡੀ ਨੂੰ ਲਿਆ, ਇੱਕ ਭੈਣ ਇਹਨਾਂ ਦੀ, 5 ਭਰਾ ਨੇ ਗੁਰੂ ਤੇਗ ਬਹਾਦਰ ਸਾਹਿਬ, ਤੇ ਨਾਲ ਮਾਤਾ ਨਾਨਕੀ ਇਹਨਾਂ ਦੇ ਘਰੋਂ। ਕਹਿੰਦੇ ਬਾਰੇ ਕਿੱਥੇ ਚਲੇ ਜੇ? ਕਹਿੰਦੇ ਜੀ ਸ੍ਰੀ ਚੰਦ ਨੂੰ ਮਿਲਣ ਚੱਲੇ ਆਪਾਂ, ਬਰਾੜ ਸਾਹਿਬ ਚੱਲੇ ਆ, ਦੀਨਾਨਗਰ ਤੋਂ ਸੈਡ ਨੂੰ ਗੁਰਦੁਆਰਾ ਸਾਹਿਬ ਬਣਿਆ ਹੈ, ਇੱਥੇ ਮਹਾਰਾਜ ਦਾ ਧੂਣਾ ਸ੍ਰੀ ਚੰਦ ਸਾਹਿਬ। ਬਹੁਤ ਲੋਕਾਂ ਘੱਟ ਤੇ ਸੁਣਿਆ ਹੋਊਗਾ, ਮੈਂ ਇਤਿਹਾਸ ਉਹ ਕੱਢ ਕੇ ਲਿਆਉਣਾ ਵਾ ਜਿਹੜਾ ਕਿਸੇ ਨੇ ਸੁਣਿਆ ਨਹੀਂ। ਆ ਕੇ ਤੁਹਾਡੀ ਵਿਚਾਰੇ ਜੋ ਉਹਨਾਂ ਨੇ ਕੱਢਿਆ ਉਹ ਤੁਹਾਨੂੰ ਸੁਣਾਉਣਾ ਵਾ। ਮੈਂ ਕਿਤਾਬਾਂ ਪੜ੍ਹਦਾ ਰਹਿੰਦਾ, ਮੈਂ ਦੁਕਾਨ ਤੇ ਬਹਿੰਦਾ ਹੀ ਨਹੀਂ। ਤੋ ਜਦੋਂ ਨਾ ਗੁਰੂ ਸਾਹਿਬ ਜੀ ਉੱਥੇ ਪਹੁੰਚੇ ਨਾ, ਬਰਾੜ ਸਾਹਿਬ, ਨਿੱਕੇ ਨਿੱਕੇ ਬੱਚੇ ਜੀ, ਗੁਰੂ ਤੇਗ ਬਹਾਦਰ ਸਾਹਿਬ ਲੈ ਕੇ ਉੱਥੇ ਨਮਸਕਾਰ ਕੀਤੀ ਤੇ ਗੁਰੂ ਜੀ ਸ੍ਰੀ ਚੰਦ ਜੀ ਘੋੜੇ ਤੇ ਬੈਠੇ ਬੱਚਿਆਂ ਨੂੰ ਦੇਖ ਕੇ ਬੜਾ ਖੁਸ਼ ਹੋਏ ਕਿ ਛੇਵੇਂ ਪਾਤਸ਼ਾਹ ਗੁਰੂ ਮਿਲਣ ਆਏ, ਉੱਠ ਖਲੋਤੇ ਘੋੜੇ ਤੇ, ਤੇ ਸਾਰੇ ਬੱਚਿਆਂ ਨੂੰ ਪਿਆਰ ਦੇਈ ਜਾਂਦੇ, ਸਾਰਿਆਂ ਨੂੰ ਪਿਆਰ ਦੇਈ ਜਾਂਦੇ ਆ। ਆਹ ਕੌਣ ਮਾਤਾ ਜੀ, ਆਹ ਛੋਟਾ ਜਿਹਾ ਨਹੀਂ ਰਹੇ ਜੀ, ਆਹ ਛੋਟਾ ਜਿਹਾ ਗੁੱਡੀ ਆ ਜੀ, ਸਾਰਿਆਂ ਨੂੰ ਪਿਆਰ ਦਿੱਤਾ, ਸਾਰਿਆਂ ਨੂੰ ਗਲਵਕੜੀ 'ਚ ਲਿਆ ਤੇ ਕਹਿਣ ਲੱਗੇ ਆਹ ਜਿਹੜਾ ਬੱਚਾ, ਆਹ ਬੱਚਾ ਕਹਿੰਦੇ ਜੀ ਤੇਗ ਮਾਲਿਆ ਪਹਿਲਵਾਨ, ਮਲ ਕੌਣ ਹੁੰਦੇ ਆ? ਪਹਿਲਵਾਨ। ਤੇਗ ਮਲ ਤਬੀਆ, ਕਹਿਣ ਲੱਗੇ ਤਬੀਆ ਵਾ, ਉਸੇ ਵੇਲੇ ਵਾਗੇ
ਉਹ ਹਿੰਦ ਦੀ ਚਾਦਰ, ਤੇਗ ਬਹਾਦਰ ਹਿੰਦ ਦੀ ਚਾਦਰ। ਛੇਵੇਂ ਪਾਤਸ਼ਾਹ ਮਹਾਰਾਜ ਨੇ ਹੱਥ ਜੋੜੇ, ਮਹਾਰਾਜ ਬਸ ਕਰੋ, ਬਸ ਕਰੋ। ਗੁਰੂ ਸਾਹਿਬ ਦੀ ਰਵੀ ਜਾਣ ਕੇ ਸ੍ਰੀ ਚੰਦ ਜੀ ਕਹਿਣ ਲੱਗੇ ਬੈਠੋ, ਪ੍ਰਸ਼ਾਦ ਦਿਓ, ਸ਼ਬਦਾਂ ਨੂੰ ਸ਼ਾਸਕ ਹੈ। ਤੇ ਮਹਾਰਾਜ ਕਹਿਣ ਲੱਗੇ ਹੁਣ ਸਾਨੂੰ ਛੁੱਟੀਆਂ, ਕਹਿੰਦੇ ਨਹੀਂ, ਤੇਗ ਨੂੰ ਇੱਥੇ ਛੱਡ ਜਾ। ਤੇਗ ਮੇਰੀ ਗੱਦੀ ਦਾ ਵਾਰਸ ਬਣ। ਮਹਾਰਾਜ ਨੇ ਆਪਣੀ ਮਾਂ ਤੋਂ ਬਿਨਾਂ ਰਹਿੰਦਾ ਨਹੀਂ, ਛੱਡ ਕੇ ਤਾਂ ਜਿਵੇਂ ਬੱਚਾ ਬੜਾ ਛੋਟਾ, ਗੁਰਦਿੱਤਾ ਹੀ ਛੱਡ ਜਾ। ਮਹਾਰਾਜ ਨੇ ਹੱਥ ਜੋੜਦੇ ਵੱਡੇ ਪੁੱਤਰ ਨੂੰ, ਪਤਾ ਤੁਹਾਨੂੰ ਇਤਿਹਾਸ ਪੜਿਆ ਕਿੱਡੀ ਤਗੜੀ ਕੁਰਬਾਨੀ ਕਰਕੇ ਗੁਰਦਿੱਤੇ ਨੂੰ ਦੇਤਾ ਲੋ। ਪਾਤਸ਼ਾਹ ਮਹਾਰਾਜ ਜੋ ਕੁਛ ਕਰ ਰਿਹਾ, ਜੋ ਸਿਖਾਉਣਾ ਸਿਖਾ ਦਿਓ ਇਹਨੂੰ, ਜੋ ਪੜ੍ਹਾਉਣਾ ਪੜ੍ਹਾ ਦਿਓ ਇਹਨੂੰ। ਗੁਰਦਿੱਤਾ ਸ੍ਰੀ ਚੰਦ ਮਹਾਰਾਜ ਜੀ ਧੂਣੇ ਦਾ ਵਾਰਸ ਬਣਿਆ, ਗੱਦੀ ਤੇ ਬੈਠਾ ਗੁਰੂ ਦਿੱਤਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਇਹ ਗੁਰਦਿੱਤਾ ਛੇਵੇਂ ਪਾਤਸ਼ਾਹ ਦਾ ਵੱਡਾ ਬੇਟਾ। ਕਿਉਂ ਭਰਾਵਾਂ ਦੀ ਗੱਲ ਕਰਨੀ ਜ਼ਰੂਰੀ ਬਣਦੀ ਹੈ। ਪਹਿਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਰਾਵਾਂ ਦੀ ਗੱਲ, ਜਿਹੜੀ ਗੱਲ ਕਰਨ ਜਾ ਰਿਹਾ ਸੀਗਾ ਉਹ ਸੀ ਭੋਰਾ ਸਾਹਿਬ ਦੀ ਗੱਲ। ਮੱਖਣ ਸ਼ਾਹ ਪਾਣਾ ਪਾਰੀ ਆ ਗਿਆ ਬਾਬਾ ਵਾਲੇ ਦੇ ਵਿੱਚ, 22 ਮੰਜੀਆਂ ਨੂੰ ਉਹਨੇ ਵਿਚਾਰੇ ਨੇ ਮੱਥਾ ਟੇਕ ਲਿਆ ਤੇ ਤਸੱਲੀ ਨਹੀਂ ਹੋਈ ਦਿਲ ਨੂੰ, ਤੇ ਜਾਣ ਲੱਗਾ ਦਿਲ ਨੂੰ ਘੋਪੂ ਜਿਹਾ ਪੈਂਦਾ ਹੈ। ਬੜੀਆਂ ਕਵਿਤਾਵਾਂ ਲਿਖੀਆਂ ਇਹਦਾ ਰੱਖੀਆਂ ਪਈਆਂ, ਛਾਪਣੀਆਂ ਅਗਲੇ ਸਾਲ ਨੂੰ ਕਿਤਾਬ ਬਣ ਜਾਣੀ ਮੇਰੀ ਸਰਬ ਸ਼ਕਤੀਮਾਨ ਗੁਰੂ ਤੇਗ ਬਹਾਦਰ ਸਾਹਿਬ। ਮੈਂ ਚਾਹੁੰਦਾ ਹਾਂ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਨੀਆ 42 ਚ ਬੜੀ ਆਈ, ਬੜੀ ਦੁਨੀਆ ਚੱਲ ਗਈ ਆ। ਮੇਰੇ ਜਾਣ ਤੋਂ ਪਹਿਲਾਂ ਕੋਈ ਨਾ ਕੋਈ ਇਸ ਜ਼ਿੰਦਗੀ ਦਾ ਕੋਈ ਮਕਸਦ ਪੂਰਾ ਹੋ ਜਾਵੇ। ਕਿਤਾਬ ਆ ਜੂ ਤੁਹਾਡੇ ਹੱਥ 'ਚ ਅਗਲੇ ਸਾਲ ਨੂੰ, ਉਹ ਮੈਂ ਲਿਆਉਂਗਾ, ਬਣ ਜੂਗੀ। ਕੁਝ ਕਮੀਆਂ ਵਿੱਚ ਰਹਿ ਗਈਆਂ, 60 ਪੂਰਾ ਬੰਦ ਹੁੰਦਾ ਖਰਚਾ ਹੁੰਦਾ ਕਿਤਾਬ ਦਾ। ਫਿਰ ਉਹ ਮੈਂ ਕਿਤਾਬ ਜਿਹੜੀ ਹੈ ਤੁਹਾਡੇ ਹੱਥ 'ਚ ਦੇਣੀ ਆ। ਮੈਂ ਆਪਣੀਆਂ ਉਹ ਜ਼ਰੂਰੀ ਹੈ, ਜ਼ਰੂਰੀ ਹੋ, ਕਿਉਂਕਿ ਨੌਜਵਾਨ ਪੜ੍ਹਨ ਵਾਲੇ ਕੁਝ ਹੁੰਦੇ ਨੇ, ਲੇਖਕ ਜੋ ਰਾਈਟਰਾਂ ਦੇ ਬਣਾਉਂਦੇ ਨੇ, ਫਿਰ ਉਹ ਕਹਿੰਦਾ ਇਹ ਕਿਤਾਬ ਤੇ ਆਈ ਨਹੀਂ, ਕਹਿੰਦੇ ਮੈਂ ਭੇਜ ਦਾਂਗੇ। ਤੇ ਮੈਂ ਕਹਿਣ ਲੱਗਾ ਹੋਣਾ ਕਿ ਉਹ ਜਦੋਂ ਮੱਖਣ ਸ਼ਾਹ ਜਾਣ ਲੱਗਾ ਨਾ ਵਿਚਾਰੇ ਦਿਲ ਨੂੰ ਬੜਾ ਕੁਛ ਹੋਇਆ। ਆਉਂਦਾ ਯਾਰ ਤਸੱਲੀ ਦੇ ਦਿਲ ਦੀ ਹੋਈ ਨਹੀਂ, ਜਿਹਨੂੰ ਮਿਲਣਾ ਸੀ ਉਹਨੇ ਮਿਲਿਆ ਹੀ ਨਹੀਂ। ਐਵੇਂ 500 ਰੁਪਈਆ ਦੇਈ ਆ, 5 ਮੋਹਰੇ ਚੜਾਈ ਗਈ, ਇੰਨੇ ਪੈਸੇ ਨਾਸ ਕਰ ਛੱਡੇ ਹੀ ਉਹ ਗੁਰੂ ਤੇਗ ਬਹਾਦਰ ਤੇ ਮਿਲਿਆ ਹੀ ਨਹੀਂ। ਉਹ ਕਿੱਥੇ ਆ? ਇੱਕ ਸਿਆਣੇ ਬਜ਼ੁਰਗ ਨੂੰ ਗਿਆ, ਕਹਿੰਦਾ ਬਜ਼ੁਰਗੋ ਤੁਹਾਡੇ ਪਿੰਡ ਦੇ ਵਿੱਚ ਕੋਈ ਹੋਰ ਕੰਮ ਕਰਨ ਵਾਲਾ ਬੰਦਾ ਹੈਗਾ? ਫਿਰ ਉਹ ਬਜ਼ੁਰਗ ਨੇ ਜਿਹੜੀ ਗੱਲ ਕਹੀ ਨਾ, ਉਹ ਮੈਂ ਕਵਿਤਾ 'ਚ ਲਿਖੀ ਆ, ਉਹ ਕਾਬਲੇ ਗੌਰ ਆ, ਉਹ ਮੈਂ ਸ਼ਾਂਦਰਾ ਹੀ ਕਹਿਣ ਲੱਗਾ। ਪਿੰਡ ਬੈਠਾ ਬਾਬਾ ਦਿਨੇ ਰਾਤੀ ਭਗਤੀ ਕਰੇ, ਪਿੰਡ ਉਹ ਬਕਾਲੇ ਵਿੱਚ ਭੋਰੇ ਵਿੱਚ ਬੈਠਾ ਬਾਬਾ ਦਿਨੇ ਰਾਤੀ ਭਗਤੀ ਕਰੇ। ਇੱਕ ਹੀ ਇਸ਼ਾਰੇ ਨਾਲ ਡੱਬੇ ਵੇੜੇ ਤਾਰਦਾ ਈ, ਮੇਰਾ ਦੀ ਵਰਖਾ ਕਰੇ ਸੰਗਤ ਜੀ, ਮੇਰਾ ਦੀ ਵਰਖਾ ਕਰੇ। ਪਿੰਡ ਉਹ ਬਕਾਲੇ ਵਿੱਚ ਭੋਰੇ ਵਿੱਚ ਬੈਠਾ ਬਾਬਾ, ਤਬੀ ਆਇਆ ਤਬੀ ਉਹ ਕਰੇ। ਠੰਡਾ ਅਤੇ ਗਰਮੀ ਜਰੇ ਸੰਗਤ ਜੀ, ਠੰਡਾ ਅਤੇ ਗਰਮੀ ਜਰੇ। ਪਿੰਡ ਉਹ ਬਕਾਲੇ ਵਿੱਚ ਭੋਰੇ ਵਿੱਚ ਬੈਠਾ ਬਾਬਾ, ਤਬੀ ਆਇਆ ਤਬੀ ਉਹ ਕਰੇ ਸੰਗਤ ਜੀ, ਤਬੀ ਆਇਆ ਤਬੀ ਉਹ ਕਰੇ। ਮਸੰਦਾਂ ਦਾ ਆ ਸਾਰਾ ਪਿੰਡ, ਸਾਰੇ ਨੇ ਮਸੰਦ ਇਕੱਠੇ, ਕੱਲਾ ਹੀ ਮੁਕਾਬਲਾ ਕਰੇ ਸੰਗਤ ਜੀ, ਕੱਲਾ ਉਹ ਮੁਕਾਬਲਾ ਕਰੇ। ਕੋਈ ਆਖੇ ਬਾਬਾ, ਕੋਈ ਆਖੇ ਮੈਂ ਬਾਬਾ, ਕੋਈ ਆਖੇ ਮੈਂ ਬਾਬਾ, ਤੇ ਬਾਬਾ ਬਸ ਚੁੱਪ ਹੀ ਰਵੇ ਸੰਗਤ ਜੀ, ਬਾਬਾ ਬਸ ਚੁੱਪ ਹੀ ਰਵੇ। ਮੱਖਣ ਸ਼ਾਹ ਦਾ ਬੇੜਾ ਪਹਿਲਾਂ ਉਹਨੇ ਪਾਰ ਕੀਤਾ, ਬੈਠਾ ਅਰਦਾਸ ਜੀ ਕਰੇ ਸੰਗਤ ਜੀ, ਬੈਠਾ ਅਰਦਾਸ ਸੀ ਕਰੇ। ਉਹ ਵੇਖੀ ਮੇਰਾ ਮੋਢਾ ਕਿੰਨਾ ਕਹਾਏ ਕਿ ਲੱਗਾ, ਆਏ ਹਾਏ। ਇੱਕ ਮਿੰਟ ਏਦਾਂ ਦਾ ਥੋੜਾ ਮੇਰਾ ਮੂੰਹ ਜਿਹਾ ਚੇਂਜ ਹੋ ਜਾਂਦਾ, ਸੁਣੀ ਜਾਓ ਤੁਸੀਂ। ਉਹ ਵੇਖੀ ਮੇਰਾ ਮੇਰਾ ਮੋਢਾ ਦਰਦ ਕਰੇ ਸੰਗਤ ਜੀ, ਮੋਢਾ ਮੋਢਾ ਦਰਦ ਕਰੇ। ਪਿੰਡ ਉਹ ਬਕਾਲੇ ਵਿੱਚ ਭੋਰੇ ਵਿੱਚ ਬੈਠਾ ਬਾਬਾ, ਤਬੀਆ ਉਹ ਤਪ ਹੈ ਕਰੇ ਸੰਗਤ ਜੀ, ਤਬੀਆ ਉਹ ਤਪ ਹੈ ਕਰੇ। ਉਹ ਮੈਨੂੰ ਨਹੀਂ ਉਹ ਲੋੜ ਤੇਰੀਆਂ ਓਏ ਮੋਰਾਂ ਦੀ ਵਪਾਰੀਆਂ,
ਗੱਲ ਹੀ ਕੀਤੀ ਫਿਰ ਝਰਨਾ ਤੇ ਡਿੱਗ ਪਿਆ ਮੱਖਣ ਸ਼ਾਹ, ਝਰਨਾ ਤੇ ਡਿੱਗ ਪਿਆ ਮੱਖਣ ਸ਼ਾਹ ਉਹ ਦਾਤਾ ਤੇਰਾ, ਉਹ ਬਾਬੇ ਬੈਠੇ ਬਾਹਰ ਨੇ ਬੜੇ ਸੰਗਤ ਜੀ, ਬਾਬੇ ਬੈਠੇ ਬਾਹਰ ਨੇ ਬੜੇ, ਭੋਰੇ ਵਿੱਚ ਬੈਠਾ ਬਾਬਾ ਤਬੀ ਆਓ, 8ਵੇਂ ਪਾਤਸ਼ਾਹ 9ਵੇਂ ਪਾਤਸ਼ਾਹ ਸਾਰਿਆਂ ਦਾ ਤਾਬੀ ਇਹਨਾਂ ਗੱਲ ਨਹੀਂ ਕਰਨ ਵਾਲੀ, ਤਬੀ ਆਓ ਤਬ ਹੈ ਕਰੇ ਸੰਗਤ ਜੀ, ਤਬੀ ਆਓ ਤਬ ਹੈ ਕਰੇ, ਤੇਰੀ ਨਾ ਪਛਾਣ ਮੈਥੋਂ ਮੈਂ ਨਹੀਂ ਕਦੀ ਆਇਆ, ਤੇਰੀ ਨਾ ਪਛਾਣ ਮੈਨੂੰ ਮੈਂ ਨਹੀਂ ਕਦੀ ਇੱਥੇ ਆਇਆ, ਉਹ ਕਿੰਨੇ ਦੁੱਖ ਮੇਰੇ ਲਈ ਅਰੇ ਸੰਗਤ ਜੀ, ਤੂੰ ਕਿੰਨੇ ਦੁੱਖ ਮੇਰੇ ਲਈ ਅਰੇ, ਮੱਖਣ ਸ਼ਾਹ ਮਾਫੀਆ ਮੰਗੀ ਜਾਣ ਗਿਆ, ਸ਼ਰਮਿੰਦਾ ਹੋ ਗਿਆ ਕੀ ਕਰਦਾ, ਕੋਠੇ ਉੱਤੇ ਚੜ ਕੇ ਸ਼ਾਹ ਨੇ ਉਹ ਰੌਲਾ ਪਾਇਆ, ਸਾਜਾ ਗੁਰਲਾ ਦੋਰੇ, ਸਾਜਾ ਗੁਰਲਾ ਦੋਰੇ, ਤੇਗਾ ਹੁਣ ਕਦੇ ਨਾ ਡਰੇ, ਸੰਗਤ ਜੀ ਤੇਗਾ ਹੁਣ ਕਦੇ ਨਾ ਡਰੇ, ਚੁੱਪ ਲਓ ਮੰਜੀਆਂ ਭੱਜ ਜਾਓ ਝੂਠਿਓ, ਚੁੱਕ ਲਓ ਮੰਜੀਆਂ, ਸੰਗਤ ਜੀ ਬਕਾਲੇ ਵਿੱਚ ਕੋਈ ਨਾ ਖੜੇ, ਕੰਢਿਆਂ ਦੇ ਉੱਥੇ ਆਪੇ ਫੁੱਲ ਬਣ ਜਾਂਦੇ, ਕੰਢਿਆਂ ਦੇ ਉੱਥੇ ਆਪੇ ਫੁੱਲ ਬਣ ਜਾਂਦੇ, ਉਹ ਮੇਰਾ ਵਾਲਾ ਜਿੱਥੇ ਮਿਹਰ ਕਰੇ ਸੰਗਤ ਜੀ, ਮੇਰਾ ਵਾਲਾ ਜਿੱਥੇ ਮਿਹਰ ਕਰੇ, ਪਿੰਡਿਓ ਬਕਾਲੇ ਵਿੱਚ ਭੋਰੇ ਵਿੱਚ ਬੈਠਾ ਬਾਬਾ, ਦਿਨੇ ਰਾਤੀ ਭਗਤੀ ਕਰੇ ਸੰਗਤ ਜੀ, ਦਿਨੇ ਰਾਤੀ ਭਗਤੀ ਕਰੇ, ਡੁੱਬਿਆਂ ਬੇੜਿਆਂ ਨੂੰ ਇਸ਼ਾਰੇ ਨਾਲ ਤਾਰ ਦਿੰਦਾ, ਮੇਰਾ ਦੀ ਵਰਖਾ ਕਰੇ ਸੰਗਤ ਜੀ, ਮੇਰਾ ਦੀ ਵਰਖਾ ਕਰੇ, ਇਹਨਾਂ ਕੁਝ ਕਹਿੰਦਾ ਹੋਇਆ ਕਿ ਮੈਂ ਤਾਂ ਜਾਚਕਾਂ ਤੁਹਾਡਾ ਥੋੜਾ ਜਿਹਾ ਮੈਂ ਮੂੰਹ ਚੇਂਜ ਕਰਦਾ, ਵਾਹਿਗੁਰੂ ਨਹੀਂ ਧਿਆਏ ਕਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਇ ਸਹਾਇ, ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜੁਟੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਮ ਨਿਧਿਆ, ਧਾਇ ਸਭ ਥਾਈ ਹੋਇ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਇ ਸਹਾਇ, ਦਸਾਂ ਪਾਤਸ਼ਾਹਾਂ ਦੇ ਆਤਮਿਕ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦੇ ਦਾਤਨ ਧਰ ਕੇ ਬੋਲਣਾ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ 8 ਜਪੀਆਂ ਤਪੀਆਂ, ਜਨ ਨਾਮ ਜਪਿਆ ਵੰਡ ਛਕਿਆ, ਦੇਖ ਚਲਾਏ ਤੇਗ ਵਾਏ, ਦੇਖ ਕੇ ਅੰਡਿਤ ਕੀਤਾ, ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਸਿਰ ਤੇ ਬੰਨ ਬੰਨ ਕਰਵਾਏ, ਕੋ ਪਈਆਂ